ਅੱਛਾ ਉਹ ਸਿੱਧੂ ਮੂਸੇਵਾਲੇ ਦੀ ਅਸੀਂ ਪਿਕਚਰ ਦੇਖ ਰਹੇ ਹਾਂ। ਇਹ ਕਾਹਦੇ ਨਾਲ ਬਣਾਈ ਹੈ? ਇਹ ਦੀਵੇ ਦੀ ਲੋਹ ਦੇ ਨਾਲ ਬਣਾਈ ਹੈਗੀ ਹੈ, ਠੀਕ ਹੈ। ਇਹਦੇ ਵਿੱਚ ਖਾਲੀ ਧੂਆਂ ਹੈਗਾ। ਇੱਕ ਉਹ ਖੰਭ ਮੈਂ ਦੇਖ ਰਿਹਾ, ਉਹ ਖੰਭ ਕੀ ਹੈ ਜੀ? ਆਪਾਂ ਸਾਰੇ ਜਾਣਦੇ ਹੈਗੇ ਆ, ਸਾਰੀ ਦੁਨੀਆ ਵਿੱਚ ਮਿਲਖਾ ਸਿੰਘ ਜੀ ਨੂੰ ਉਡਨ ਸਿੱਖ ਦੇ ਨਾਮ ਤੋਂ ਜਾਣਿਆ ਜਾਂਦਾ ਹੈਗਾ। ਉੱਡਣ ਲਈ ਕੀ ਚਾਹੀਦੇ ਹੈਗੇ? ਖੰਭ। ਇਹ ਮਿੱਟੀ ਮੈਨੂੰ ਨਜ਼ਰ ਆ ਰਹੀ ਹੈ। ਜੀ ਬਿਲਕੁਲ। ਇਹ ਕੀ ਕਨਸੈਪਟ ਆ? ਇਹ ਮੈਂ ਭਗਤ ਸਿੰਘ ਜੀ ਦੀ ਪੋਰਟਰੇਟ ਤਿਆਰ ਕੀਤੀ ਹੈਗੀ ਮਿੱਟੀ ਦੇ ਨਾਲ। ਔਰ ਇਹ ਮਿੱਟੀ ਦੀ ਖਾਸ ਗੱਲ ਇਹ ਹੈਗੀ ਹੈ ਕਿ ਇਹ ਇਹਨਾਂ ਦੇ ਜੱਦੀ ਪਿੰਡ ਖਟਕਰ ਕਲਾਂ ਦੀ ਮਿੱਟੀ ਹੈਗੀ ਹੈ। ਕਿਉਂਕਿ ਇਹ ਪੇਂਟਿੰਗ ਵੀ ਨਹੀਂ, ਇਹ ਚਿੱਤਰਕਾਰੀ ਵੀ ਨਹੀਂ, ਇਹਨੂੰ ਕੀ ਕਹੀਏ? ਇਹ ਸੋਇਲ ਆਰਟ ਹੈਗੀ ਹੈ। ਜੇ ਮੰਨ ਲਓ ਮੈਂ ਕੋਈ ਦੁੱਧ ਦੇ ਨਾਲ ਫੋਟੋ ਬਣਾਉਂਦਾ ਹੈਗਾ ਤੇ ਉਹ ਮਿਲਕ ਆਰਟ ਹੈਗੀ ਹੈ। ਜੇ ਮੈਂ ਕਿਸੇ ਮਸਾਲੇ ਦੇ ਨਾਲ ਫੋਟੋ ਬਣਾਉਂਦਾ ਹੈਗਾ, ਉਹ ਸਪਾਈਸਿਸ ਆਰਟ ਹੈਗੀ ਹੈ। ਇੱਕ ਤੁਸੀਂ ਹੋ ਕਿ ਜਿਹੜੀਆਂ ਬੇਕਾਰ ਚੀਜ਼ਾਂ ਪਈਆਂ ਹੁੰਦੀਆਂ, ਜਿਹੜੀਆਂ ਸਾਡੀ ਨਜ਼ਰ ਦੇ ਵਿੱਚ ਬੇਕਾਰ ਹੈ, ਤੁਹਾਡੀ ਨਜ਼ਰ ਦੇ ਵਿੱਚ ਬੇਕਾਰ ਨਹੀਂ, ਤੁਹਾਡੇ ਲਈ ਉਹ ਸੋਨਾ ਆ, ਪਰ ਤੁਸੀਂ ਉਹਨੂੰ ਹੀਰਾ ਬਣਾ ਕੇ ਸਾਡੇ ਸਾਹਮਣੇ ਰੱਖ ਦਿੰਦੇ ਹੋ। ਮੇਰੇ ਇਨੀਸ਼ੀਅਲ ਪੋਰਟਰੇਟ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਪੋਰਟਰੇਟ ਸੀਗੀ। ਉਹ ਪੋਰਟਰੇਟ ਬਣਾਈ ਸੀ ਮੈਂ ਮਾਚਿਸ ਦੀ ਜਲੀ ਹੋਈ ਤੀਲੀਆਂ ਦੇ ਨਾਲ। ਜਦ ਇਹ ਤੀਲੀ ਜਲੀ ਤੇ ਹੋ ਸਕਦਾ ਇਹਨੇ ਕੁਝ ਟਾਈਮ ਲਈ ਸਹੀ ਉਜਾਲਾ ਦਿੱਤਾ, ਉੱਦਾਂ ਹੀ ਸ਼ਹੀਦਾਂ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਉਜਾਲਾ ਦਿੱਤਾ ਹੈਗਾ। ਉਹ ਕਨਸੈਪਟ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਸ਼ਹੀਦ ਭਗਤ ਸਿੰਘ ਜੀ ਦੀ ਪੋਰਟਰੇਟ ਤਿਆਰ ਕੀਤੀ। ਫਿਰ ਉਸ ਤੋਂ ਬਾਅਦ 'ਚ ਜਿਹੜੀ ਹੈਗੀ ਮੇਰੀ ਵਿਦ ਮਟੀਰੀਅਲ ਕੰਮ ਕਰਨ ਦੀ ਜਰਨੀ ਸਟਾਰਟ ਹੋਈ। ਹਰ ਪੋਰਟਰੇਟ ਦੇ ਵਿੱਚ ਕੋਈ ਨਾ ਕੋਈ ਵਜ੍ਹਾ ਹੁੰਦੀ ਹੈਗੀ ਹੈ ਕਿ ਕਿਹੜੇ ਬੰਦੇ ਨੇ ਕੀ ਕੰਮ ਕੀਤਾ ਹੈਗਾ ਆਪਣੀ ਲਾਈਫ ਵਿੱਚ, ਉਹਨੂੰ ਧਿਆਨ 'ਚ ਰੱਖਦੇ ਹੋਏ ਮੈਂ ਉਹ ਪੋਰਟਰੇਟ ਬਣਾਉਣਾ। ਇਹਦੇ ਵਿੱਚ ਕੀ ਵਰਤੋਂ ਕੀਤੀ ਆ? ਆ ਜਿਹੜੀ ਤੁਸੀਂ ਫੋਟੋ ਦੇਖਦੇ ਪਏ ਹੈਗੇ ਆ, ਵੀਡੀਓ ਕੈਸੇਟ ਦੀ ਰੀਲ ਦੇ ਨਾਲ ਬਣਾਈ ਹੈਗੀ। ਔਰ ਇਹਨਾਂ ਦੇ ਮਸਾਲੇ ਬੜੇ ਮਸ਼ਹੂਰ ਆ। ਜੀ ਹਾਂ। ਤੇ ਇਹਨਾਂ ਦੀ ਤਸਵੀਰ ਕਾਹਨਾਂ ਬਣਾਈ ਆ? ਇਹ ਜਿਹੜੀ ਤਸਵੀਰ ਹੈਗੀ ਆ MDH ਮਸਾਲੇ ਦੇ ਨਾਲ ਹੀ ਤਿਆਰ ਕੀਤੀ ਹੈਗੀ। ਔਰ ਇਹ ਛੱਲੇ ਇਕੱਠੇ ਕੀਤੇ ਸੀ ਮੈਂ ਕੈਪਟਨ ਵਿਕਰਮ ਬਤਰਾ ਸ਼ੂਟਿੰਗ ਰੇਂਜ ਦੇ ਵਿੱਚੋਂ। ਉੱਥੇ ਜਿਹੜੇ ਛੱਲੇ ਇੱਕ ਵਾਰ ਹਿੱਟ ਕਰ ਗਏ ਆਪਣਾ ਟਾਰਗੇਟ ਤੇ ਉਹ ਜਿਹੜੇ ਉਹ ਬਚ ਜਾਂਦੇ ਹੈਗੇ ਆ ਜ਼ਮੀਨ ਤੇ ਉਹ ਮੈਂ ਇਕੱਠੇ ਕਰਕੇ ਇਹ ਪੋਰਟਰੇਟ ਤਿਆਰ ਕਰਕੇ ਇਹਨਾਂ ਨੂੰ ਟ੍ਰਿਬਿਊਟ ਦਿੱਤੀ ਸੀ। ਇਸ ਫੱਟੀ ਦੀ ਵੀ ਆਪਣੀ ਇੱਕ ਕਹਾਣੀ ਹੈ, ਕਿਉਂਕਿ ਇਹ ਫੱਟੀ ਵੀ ਮੂੰਹੋਂ ਬੋਲਦੀ ਆ। ਕਿਸ ਤਰ੍ਹਾਂ? ਇਸ ਤਰੀਕੇ ਦੇ ਨਾਲ। ਇਹ ਫੱਟੀ ਹੁਣ ਫੱਟੀ ਨਹੀਂ ਰਹੀ, ਇੱਕ ਬਹੁਤ ਵੱਡਾ ਸੁਨੇਹਾ ਬਣ ਗਈ ਹੈ ਕਿ ਮੇਰਾ ਜਿਹੜਾ ਕੰਮ ਹੈਗਾ ਉਹ ਬੇਸਿਕਲੀ ਆਹੀ ਹੈਗਾ ਕਿ ਕਿਹੜੀ ਪਰਸਨੈਲਿਟੀ ਨੇ ਕੀ ਕੀਤਾ, ਉਹਨੂੰ ਮੈਂ ਕਿਹੜੇ ਮਟੀਰੀਅਲ ਨਾਲ ਰਿਲੇਟ ਕਰਾਂ। ਬਹੁਤ ਸਾਰੇ ਲੋਕ ਆਖਦੇ ਨੇ ਕਿ ਤਸਵੀਰਾਂ ਬੋਲਦੀਆਂ ਨਹੀਂ, ਪਰ ਕਦੇ-ਕਦੇ ਇੰਜ ਲੱਗਦਾ ਕਿਸੇ ਤਸਵੀਰ ਵੱਲ ਦੇਖ ਕੇ ਕਿ ਇਹ ਤਸਵੀਰ ਸਾਨੂੰ ਬਹੁਤ ਕੁਝ ਕਹਿ ਰਹੀ ਹੈ, ਔਰ ਇੰਨੀ ਉੱਚੀ ਆਵਾਜ਼ ਦੇ ਵਿੱਚ ਕਹਿ ਰਹੀ ਹੈ ਕਿ ਸਾਨੂੰ ਸੁਣਾਈ ਤਾਂ ਦੇ ਰਿਹਾ ਹੈ ਪਰ ਸਮਝ ਨਹੀਂ ਪੈ ਰਿਹਾ। ਕਈ ਤਸਵੀਰਾਂ ਐਸੀਆਂ ਹੁੰਦੀਆਂ ਨੇ ਕਿ ਆਪਣੇ ਮੂੰਹੋਂ ਬਹੁਤ ਕੁਝ ਕਹਿ ਜਾਂਦੀਆਂ ਨੇ, ਆਪਣੀ ਕਹਾਣੀ ਆਪ ਕਹਿੰਦੀਆਂ ਨੇ। ਅਜਿਹੀਆਂ ਤਸਵੀਰਾਂ ਬਣਾਉਣ ਵਾਲੇ ਇੱਕ ਸ਼ਖਸ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ। ਉਹ ਸ਼ਖਸ ਰੰਗਾਂ ਦੀ ਵਰਤੋਂ ਨਹੀਂ ਕਰਦੇ, ਉਹ ਸ਼ਖਸ ਕਿਸੇ ਬ੍ਰਸ਼ ਦੀ ਵਰਤੋਂ ਨਹੀਂ ਕਰਦੇ, ਉਹ ਸ਼ਖਸ ਕਿਸੇ ਪਾਣੀ ਦੀ ਵਰਤੋਂ ਨਹੀਂ ਕਰਦੇ, ਉਹ ਸ਼ਖਸ ਵਰਤੋਂ ਕਰਦੇ ਨੇ ਉਹਨਾਂ ਚੀਜ਼ਾਂ ਦੀ ਕਿ ਜਿਨ੍ਹਾਂ ਨੂੰ ਸਾਡੇ ਦਿਮਾਗ ਨੇ, ਸਾਡੀ ਸੋਚ ਨੇ ਕਈ ਵਾਰ ਬੇਕਾਰ ਸਮਝਿਆ ਹੁੰਦਾ ਹੈ, ਪਰ ਉਹਨਾਂ ਚੀਜ਼ਾਂ ਤੋਂ ਇੱਕ ਐਸੀ ਜਿਉਂਦੀ ਜਾਗਦੀ ਤਸਵੀਰ, ਤੇ ਤਸਵੀਰ ਵੀ ਉਹ ਕਿ ਜਿਹੜੀ ਆਪਣੇ ਮੂੰਹੋਂ ਆਪ ਬੋਲ ਕੇ ਦੱਸਦੀ ਹੈ ਕਿ ਮੇਰਾ ਕੰਮ ਇਹ ਸੀ, ਇਹ ਸ਼ਖਸੀਅਤ ਇਹ ਸੀ, ਤੇ ਉਸੇ ਹੀ ਚੀਜ਼ ਦੇ ਨਾਲ ਉਹ ਤਸਵੀਰ ਬਣ ਗਈ। ਅਜਿਹੀਆਂ ਤਸਵੀਰਾਂ ਬਣਾਉਣ ਵਾਲੇ ਇੱਕ ਸ਼ਖਸ ਨੂੰ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਲਾਈਵ ਪੰਜਾਬੀ ਟੀਵੀ ਤੇ। ਤੁਸੀਂ ਵੀ ਮਿਲੋ ਅਜਿਹੇ ਹੀ। ਹੁਣ ਇਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਇਹ ਆਪਣੇ ਮੂੰਹੋਂ ਦੱਸਣਗੇ ਕਿ ਉਹ ਕੀ ਨੇ, ਉਹਨਾਂ ਦੇ ਦਿਮਾਗ ਅੰਦਰ ਕੀ ਕਨਸੈਪਟ ਚੱਲਦਾ, ਔਰ ਇਹ ਤਸਵੀਰਾਂ ਦੀ ਕੀ ਕਹਾਣੀ ਹੈ। ਔਰ ਇਹ ਨੇ ਸਾਡੇ ਨਾਲ ਅੱਜ ਵਰੁਣ ਟੰਡਨ ਜੀ। ਟੰਡਨ ਜੀ, ਸਭ ਤੋਂ ਪਹਿਲਾਂ ਤੇ ਅਸੀਂ ਦੇਖੀਆਂ ਤੁਹਾਡੀਆਂ ਤਸਵੀਰਾਂ, ਆਣ ਕੇ ਘਰ ਤੁਹਾਡਾ ਸਜਿਆ ਪਿਆ ਇਹਨਾਂ ਤਸਵੀਰਾਂ ਦੇ ਨਾਲ। ਔਰ ਇਹ ਜਿਹੜੀ ਸਾਡੇ ਵਿਚਕਾਰ ਤਸਵੀਰ ਪਈ ਹੈ ਜੀ, ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਆਜ਼ਮ ਭਗਤ ਸਿੰਘ ਜਿਹੜੇ ਨੌਜਵਾਨਾਂ ਦੇ ਰੋਲ ਮਾਡਲ ਨੇ ਜੀ। ਇਸ ਤਸਵੀਰ ਤੋਂ ਸ਼ੁਰੂ ਕਰਨਾ ਹੈ, ਫਿਰ ਬਾਕੀ ਸਾਰੀ ਜ਼ਿੰਦਗੀ ਆਪਾਂ ਤੁਹਾਡੀ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਥੋੜੇ ਜਿਹੇ ਸਮੇਂ ਦੇ ਵਿੱਚ। ਇਹ ਮਿੱਟੀ ਮੈਨੂੰ ਨਜ਼ਰ ਆ ਰਹੀ ਹੈ। ਜੀ ਬਿਲਕੁਲ। ਇਹ ਕੀ ਕਨਸੈਪਟ ਆ? ਜਿਹੜੀ ਮਿੱਟੀ ਤੁਸੀਂ ਦੇਖਦੇ ਪਏ ਹੈਗੇ ਹੋ, ਇਹ ਮੈਂ
ਭਗਤ ਸਿੰਘ ਜੀ ਦੀ ਪੋਰਟਰੇਟ ਤਿਆਰ ਕੀਤੀ ਹੈਗੀ ਮਿੱਟੀ ਦੇ ਨਾਲ। ਔਰ ਇਹ ਮਿੱਟੀ ਦੀ ਖਾਸ ਗੱਲ ਇਹ ਹੈਗੀ ਹੈ ਕਿ ਇਹ ਇਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਦੀ ਮਿੱਟੀ ਹੈਗੀ ਹੈ। ਇਹ ਮੈਂ ਪਿਛਲੇ ਸਾਲ ਇਹਨਾਂ ਦੇ ਜਨਮ ਦਿਨ ਤੇ ਇੱਕ ਪੋਰਟਰੇਟ ਬਣਾ ਕੇ ਇਹਨਾਂ ਨੂੰ ਟ੍ਰਿਬਿਊਟ ਦਿੱਤੀ ਹੈਗੀ ਹੈ। ਇਹਦੇ ਵਾਸਤੇ ਮੈਂ ਖਟਕੜ ਕਲਾਂ ਗਿਆ, ਉੱਥੇ ਦੀ ਮਿੱਟੀ ਲਿੱਤੀ ਤੇ ਉਹਦੇ ਨਾਲ ਆਹ ਪੋਰਟਰੇਟ ਬਣਾਈ। क्या बात है। और ये सचमुच शहीद आजम भगत सिंह दे पिंड खटकड़ कलां गए, उत्थों वो मुकद्दस मिट्टी चुक के लियाए और उस मिट्टी दे नाल ये तस्वीर बनाई है कि जिहड़ी अज मूहों बोल रही है। इंज लगदा है कि शहीद आजम भगत सिंह हुण भी बोले ये तुहाडे दिमाग दे विच, क्योंकि आम तौर पर असीं देखिया ना कि कोई पेंटिंग करदा, चित्रकारी करदा, इहनूं असीं क्योंकि ये पेंटिंग भी नहीं, ये चित्रकारी भी नहीं जी, इहनूं की कहीए? ਇਹਨੂੰ ਆਪਾਂ ਸੋਇਲ ਆਰਟ ਕਹਿ ਸਕਦੇ ਹੈਗੇ ਆ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸਣਾ ਚਾਹੂੰਗਾ ਕਿ ਮੈਂ ਇੱਕ ਵਿਜ਼ੂਅਲ ਆਰਟਿਸਟ ਹੈਗਾ, ਮੈਂ ਸੈਲਫ ਟੌਟ ਆਰਟਿਸਟ ਹਾਂ। ਔਰ ਮੈਂ ਜਿੰਨੇ ਵੀ ਪੋਰਟਰੇਟਸ ਬਣਾਉਂਦਾ ਹੈਗਾ ਉਹ ਕਿਸੇ ਨਾ ਕਿਸੇ ਮਟੀਰੀਅਲ ਦੇ ਨਾਲ ਬਣਦੇ ਹੈਗੇ ਆ। ਔਰ ਜੇ ਮੈਂ ਇਹਦੀ ਗੱਲ ਕਰਾਂ, ਇਹ ਸੋਇਲ ਆਰਟ ਹੈਗੀ ਆ। ਜੇ ਮੰਨ ਲਓ ਮੈਂ ਕੋਈ ਦੁੱਧ ਦੇ ਨਾਲ ਫੋਟੋ ਬਣਾਉਂਦਾ ਹੈਗਾ ਤੇ ਉਹ ਮਿਲਕ ਆਰਟ ਹੈਗੀ ਹੈ। ਜੇ ਮੈਂ ਕਿਸੇ ਮਸਾਲੇ ਦੇ ਨਾਲ ਫੋਟੋ ਬਣਾਉਂਦਾ ਹੈਗਾ ਉਹ ਸਪਾਈਸਿਸ ਆਰਟ ਹੈਗੀ ਹੈ। ਠੀਕ ਹੈ, ਤੇ ਇਹਨਾਂ ਦੇ ਜਿਹੜੇ ਨਾਮ ਹੈਗੇ ਆ ਉਹ ਵੱਖ-ਵੱਖ ਰੱਖ ਸਕਦੇ ਆਪਾਂ ਜੀ। ਔਰ ਵਰੁਣ ਜੀ, ਤੁਸੀਂ ਕਲਾ ਦੇ ਨਾਲ ਤਾਂ ਪਹਿਲਾਂ ਜੁੜੇ ਨਹੀਂ ਸੀਗੇ ਜੀ। BCA ਕੀਤੀ ਜੀ ਹਾਂ, ਔਰ ਉਸ ਤੋਂ ਬਾਅਦ ਫਿਰ ਜੌਬ ਕੀਤੀ ਜੀ। ਜੌਬ ਛੱਡਣੀ ਕਿਉਂ ਪਈ? ਕੀ ਦਿਮਾਗ ਦੇ ਵਿੱਚ ਕਸ਼ਮਕਸ਼ ਸੀ ਕਿ ਯਾਰ ਨਹੀਂ ਜੌਬ ਨਹੀਂ ਕਰਨੀ? ਜੀ, ਮੈਂ ਉਹਦੇ ਬਾਰੇ ਦੱਸਦਾ ਤੁਹਾਨੂੰ। ਮੈਂ 9 ਸਾਲ ਜੌਬ ਕੀਤੀ ਔਰ ਇੱਕ ਟਾਈਮ ਆਇਆ ਕਿ ਮੈਨੂੰ ਲੱਗਾ ਕਿ ਇਹ ਕੀ ਹੋ ਰਿਹਾ ਹੈਗਾ ਕਿ ਜਿਹੜਾ ਮੇਰਾ ਮੈਨੇਜਰ ਹੈਗਾ ਉਹਨੂੰ ਉਹਦੇ ਮੈਨੇਜਰ ਕੋਲੋਂ ਗਾਲਾਂ ਪੈ ਰਹੀਆਂ। ਜਿਹੜਾ ਮੈਨੇਜਰ ਹੈਗਾ ਉਹ ਆਪਣੇ ਅਲੱਗ ਨੀਚੇ ਵਾਲੀ ਹਾਇਰਾਰਕੀ ਨੂੰ ਗਾਲਾਂ ਕੱਢਦਾ ਪਿਆ, ਉਹ ਤੋਂ ਥੱਲੇ ਵਾਲਾ ਆਪਣੇ ਥੱਲੇ ਵਾਲੇ ਨੂੰ ਕੋਸਦਾ ਪਿਆ ਹੈਗਾ। ਤੇ ਫਿਰ ਮੈਨੂੰ ਇੱਕ ਪਾਰਟਿਕੂਲਰ ਸਟੇਜ ਤੇ ਆ ਕੇ ਲੱਗਿਆ ਕਿ ਕਿਉਂ ਨਾ ਜੇ ਮੈਂ ਕੁਝ ਅਲੱਗ ਕਰ ਸਕਦਾ ਹੈਗਾ, ਮੈਂ ਆਪਣੀ ਆਰਟ ਦੇ ਨਾਲ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂ। ਠੀਕ ਹੈ, ਤੇ ਉਸ ਤੋਂ ਬਾਅਦ ਚੋਂ ਮੈਂ ਆਪਣੀ ਆਰਟ ਨੂੰ ਐਕਸਪਲੋਰ ਕਰਨ ਦੇ ਵਾਸਤੇ ਜੌਬ ਛੱਡ ਦਿੱਤੀ। ਤੇ ਫਿਰ ਪਹਿਲਾ ਜੋ ਤੁਸੀਂ ਕੋਈ ਚੀਜ਼ ਬਣਾਈ ਹੋਵੇ ਉਹ ਕਿਹੜੀ ਚੀਜ਼ ਸੀ ਕਿ ਤੁਸੀਂ ਆਪਣੀ, ਕਿਉਂਕਿ ਜਿਹੜੀ ਤੁਸੀਂ ਗੱਲ ਦੱਸੀ ਨਾ ਅੱਜ ਸਾਡੇ ਸਾਰਿਆਂ ਨਾਲ ਹੋ ਰਹੀ ਹੈ, ਉੱਪਰ ਵਾਲਾ ਹੇਠੇ ਵਾਲੇ ਨੂੰ, ਹੇਠੇ ਵਾਲਾ ਹੋਰ ਹੇਠੇ ਵਾਲੇ ਨੂੰ, ਸਾਰਿਆਂ ਨੂੰ ਦੱਬ ਕੇ ਦਾਬਾ ਪਾ ਕੇ ਰੱਖਣਾ ਚਾਹੁੰਦਾ ਹੈ। ਪਰ ਤੁਹਾਡੇ ਅੰਦਰ ਕਲਾ ਦੱਬ ਕੇ ਨਹੀਂ ਰਹੀ, ਉਹ ਆਪਣੇ ਆਪ ਫੁੱਟੀ। ਇੱਕ ਚਸ਼ਮਾ ਫੁੱਟਿਆ, ਉਹ ਕਦੋਂ ਫੁੱਟਿਆ? ਇਹ ਜਿਹੜੀ ਜਦ ਮੈਨੂੰ ਆਹ ਚੀਜ਼ ਦੇ ਲਾਈਫ ਹੋਣੀ ਸ਼ੁਰੂ ਕੀਤੀ ਤੇ ਉਹ ਡਿਊਰੇਸ਼ਨ ਦੇ ਵਿੱਚ ਮੈਂ ਬਲੈਕ ਕਲਰ ਦੇ ਨਾਲ ਪੇਂਟਿੰਗ ਕਰਨ ਦੀ ਕੋਸ਼ਿਸ਼ ਕਰਦਾ ਸੀਗਾ। ਤੇ ਉਸ ਤੋਂ ਬਾਅਦ ਚੋਂ ਜਦ ਮੈਂ ਜੌਬ ਛੱਡੀ ਤੇ ਮੈਨੂੰ ਲੱਗਾ ਕਿ ਪੇਂਟਿੰਗ ਹੋ ਗਈ, ਇਹ ਤਾਂ ਸਭ ਕਰਦੇ ਪਏ ਹੈਗੇ ਆ। ਹਾਂ, ਮੈਂ ਪੇਂਟਿੰਗ ਸਿੱਖੀ ਨਹੀਂ, ਬਟ ਮੈਂ ਤੁਹਾਨੂੰ ਆਹ ਵੀ ਦੱਸਣਾ ਚਾਹੂੰਗਾ, ਮੇਰੇ ਇੱਕ ਉਸਤਾਦ ਸੀਗੇ, ਉਹਨਾਂ ਦਾ ਨਾਮ ਸਰਦਾਰ ਸੁਰਿੰਦਰ ਸਿੰਘ ਜੀ ਹੈਗਾ। ਔਰ ਅਨਫੋਰਚੂਨੇਟਲੀ ਮੈਨੂੰ ਉਹਨਾਂ ਕੋਲ ਸਿੱਖਣ ਦਾ ਮੌਕਾ ਨਹੀਂ ਮਿਲਿਆ, ਬਟ ਮੈਂ ਉਹਨਾਂ ਦੀ ਜਦ ਪੇਂਟਿੰਗ ਦੇਖਦਾ ਸੀਗਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਸੀਗੀ ਕਿ ਹਾਂ ਮੈਂ ਵੀ ਇੱਦਾਂ ਦਾ ਕੁਝ ਕਰਾਂ। ਤੇ ਜਿੱਦਾਂ ਹੁਣ ਤੁਸੀਂ ਚਸ਼ਮਾ ਫੁੱਟਣ ਦੀ ਗੱਲ ਕੀਤੀ, ਤੇ ਜਦ ਮੈਂ ਜੌਬ ਛੱਡੀ ਤੇ ਮੈਂ ਕਾਲੇ ਰੰਗ ਦੇ ਨਾਲ ਹੀ ਕਰਦਾ ਪਿਆ ਸੀ ਕੰਮ। ਫਿਰ ਮੈਨੂੰ ਲੱਗਾ ਇਹਦੇ ਵਿੱਚ ਮੈਨੂੰ ਕੋਈ ਇੰਟਰਸਟ ਹੀ ਨਹੀਂ ਆਇਆ। ਫਿਰ ਮੈਂ ਵਿਦ ਮਟੀਰੀਅਲ ਪੋਰਟਰੇਟ ਤਿਆਰ ਕਰਨੇ ਸ਼ੁਰੂ ਕੀਤੇ। ਮੇਰੇ ਜਿਹੜੇ ਇਨੀਸ਼ੀਅਲ ਪੋਰਟਰੇਟ ਸੀਗੇ ਉਹਨਾਂ ਦੇ ਵਿੱਚ ਸੀਗਾ ਸੁਰਜੀਤ ਬਿੰਦ ਰਖੀਆ ਜੀ ਦਾ ਪੋਰਟਰੇਟ, ਭਗਤ ਸਿੰਘ ਜੀ ਦਾ ਪੋਰਟਰੇਟ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ, ਭਗਤ ਸਿੰਘ ਜੀ ਦੀ ਜਿੱਦਾਂ ਸ਼ਹੀਦੀ ਦਿਵਸ ਹੁੰਦਾ ਹੈਗਾ ਜਾਂ ਉਹਨਾਂ ਦਾ ਬਰਥਡੇ ਹੁੰਦਾ ਹੈਗਾ, ਤੇ ਮੈਂ ਕੋਈ ਨਾ ਕੋਈ ਪੋਰਟਰੇਟ ਬਣਾ ਕੇ ਉਹਨਾਂ ਨੂੰ ਟ੍ਰਿਬਿਊਟ ਦੇਣ ਦੀ ਕੋਸ਼ਿਸ਼ ਕਰਦਾ ਹੈਗਾ। ਮੇਰੇ ਇਨੀਸ਼ੀਅਲ ਪੋਰਟਰੇਟ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਪੋਰਟਰੇਟ ਸੀਗੀ, ਤੇ ਉਹ ਪੋਰਟਰੇਟ ਬਣਾਈ ਸੀ ਮੈਂ ਮਾਚਿਸ ਦੀ ਜਲੀ ਹੋਈ ਤੀਲੀਆਂ ਦੇ ਨਾਲ। ਅੱਛਾ। ਉਹਦੇ ਵਿੱਚ ਕਨਸੈਪਟ ਆ ਸੀਗਾ ਕਿ ਮੈਂ ਦੀਵਾਲੀ ਤੋਂ ਅਗਲੇ ਦਿਨ ਜ਼ਮੀਨ ਤੇ ਕੁਝ ਜਲੀਆਂ ਹੋਈਆਂ ਤੀਲੀਆਂ ਦੇਖੀਆਂ ਤੇ ਮੈਨੂੰ ਲੱਗਾ ਕਿ ਜਦ ਇਹ ਤੀਲੀ ਜਲੀ ਤੇ ਹੋ ਸਕਦਾ ਇਹਨੇ ਕੁਝ ਟਾਈਮ ਲਈ ਸਹੀ ਉਜਾਲਾ ਦਿੱਤਾ। ਉੱਦਾਂ ਹੀ ਸ਼ਹੀਦਾਂ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਉਜਾਲਾ ਦਿੱਤਾ ਹੈਗਾ। ਉਹ ਕਨਸੈਪਟ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਸ਼ਹੀਦ ਭਗਤ ਸਿੰਘ ਜੀ ਦੀ ਪੋਰਟਰੇਟ ਤਿਆਰ ਕੀਤੀ। ਫਿਰ ਉਸ ਤੋਂ ਬਾਅਦ 'ਚ ਜਿਹੜੀ ਹੈਗੀ ਮੇਰੀ ਵਿਦ ਮਟੀਰੀਅਲ ਕੰਮ ਕਰਨ ਦੀ ਜਰਨੀ ਸਟਾਰਟ ਹੋਈ। ਤੇ ਹੁਣ ਜਿਹੜੇ ਮੈਂ ਪੋਰਟਰੇਟ ਬਣਾਉਂਦਾ ਹੈਗਾ ਉਹਦੇ ਹਰ ਪੋਰਟਰੇਟ ਦੇ ਵਿੱਚ ਕੋਈ ਨਾ ਕੋਈ ਵਜ੍ਹਾ ਹੁੰਦੀ ਹੈਗੀ ਹੈ ਕਿ
ਕਿਹੜੇ ਬੰਦੇ ਨੇ ਕੀ ਕੰਮ ਕੀਤਾ ਹੈਗਾ ਆਪਣੀ ਲਾਈਫ ਵਿੱਚ, ਉਹਨੂੰ ਧਿਆਨ 'ਚ ਰੱਖਦੇ ਹੋਏ ਮੈਂ ਉਹ ਪੋਰਟਰੇਟ ਬਣਾਉਂਦਾ। ਬਿਲਕੁਲ ਜੀ, ਤੁਸੀਂ ਬਹੁਤ ਸਾਰੇ ਪੋਰਟਰੇਟ ਬਣਾਏ ਹੋਏ ਆ ਜਿਨ੍ਹਾਂ ਦੇ ਵਿੱਚ ਕੋਈ ਫੌਜੀ ਵੀਰ ਜਵਾਨ ਵੀ ਹੈ, ਕਈ ਖਿਡਾਰੀ ਹੈਗੇ ਆ, ਕਈ ਹੋਰ ਪਰਸਨੈਲਿਟੀ ਸਾਡੀਆਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਵੱਖਰੀਆਂ ਵੱਖਰੀਆਂ ਆਪੋ ਆਪਣੇ ਖਿੱਤੇ ਦੇ ਵਿੱਚ ਪ੍ਰਸਿੱਧ ਆ। ਜੇਕਰ ਅਸੀਂ ਗੱਲ ਕਰੀਏ ਉਹ ਤੁਸੀਂ ਕੈਪਟਨ ਵਿਕਰਮ ਬਤਰਾ ਹੋਣਾ ਦੀ ਬਣਾਈ ਤਸਵੀਰ, ਉਹ ਫੌਜੀ ਸੀ, ਗੋਲੀਆਂ ਦੇ ਨਾਲ ਖੇਡੇ ਆ, ਉਹਨਾਂ ਦਾ ਸ਼ੌਂਕ ਗੋਲੀਆਂ ਸੀਗੀਆਂ ਜੀ ਹਾਂ। ਤੇ ਇਸ ਤਰ੍ਹਾਂ ਫਿਰ ਉਹਨਾਂ ਦੀ ਤੁਸੀਂ ਗੋਲੀਆਂ ਦੇ ਛਰੇ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਉਹ ਤਸਵੀਰ ਬਣਾਈ ਹੈ। ਔਰ ਇਹ ਸਾਰੀਆਂ ਚੀਜ਼ਾਂ ਔਖਾ ਤਾਂ ਹੈ, ਮਟੀਰੀਅਲ ਉਹਦੇ ਮੁਤਾਬਕ ਚੁੱਕਣਾ ਲਿਆਉਣਾ ਇਹ ਔਖਾ ਕੰਮ। ਇਹ ਬਿਲਕੁਲ ਹੁਣ ਦੇਖੋ ਜਿੱਦਾਂ ਮੈਂ ਆਪਣਾ ਜਿਹੜੀ ਜਰਨੀ ਹੈਗੀ ਹੈ ਮੇਰੀ ਦੂਸਰੇ ਆਰਟਿਸਟ ਤੋਂ ਅਲੱਗ ਇਸ ਕਰਕੇ ਹੈਗੀ ਹੈ ਕਿਉਂਕਿ ਜਿਹੜੇ ਪੇਂਟਿੰਗ ਕਰਦੇ ਪਏ ਹੈਗੇ ਆਰਟਿਸਟ ਉਹਨਾਂ ਨੇ ਤਾਂ ਇੱਕ ਪਾਰਟਿਕੂਲਰ ਜਿਹੜੀ ਹੈਗੀ ਹੈ ਸ਼ਾਪ ਉਹ ਰੱਖੀ ਹੋਈ ਹੈ, ਜਿੱਥੋਂ ਪੇਂਟ ਲੈ ਕੇ ਆ ਗਏ, ਠੀਕ ਹੈ, ਤੇ ਪੇਂਟਿੰਗ ਕਰਨੀ ਸ਼ੁਰੂ ਕਰਤੀ। ਹੁਣ ਆਪਾਂ ਕੈਪਟਨ ਵਿਕਰਮ ਬਤਰਾ ਦੀ ਗੱਲ ਕਰ ਲਈਏ। ਕੈਪਟਨ ਵਿਕਰਮ ਬਤਰਾ ਸਾਰੀ ਦੁਨੀਆ ਜਾਣਦੀ ਹੈਗੀ, ਕਾਰਗਿਲ ਵਾਰ ਹੀਰੋ ਹੈਗੇ ਹੈ, ਤੇ ਉਹਨਾਂ ਦੀ ਮੈਂ ਪੋਰਟਰੇਟ ਬਣਾਈ ਸੀਗੀ। ਜਿੱਦਾਂ ਤੁਸੀਂ ਕਿਹਾ ਗੋਲੀਆਂ, ਮੈਂ ਉਹਦੇ ਵਿੱਚ ਤੁਹਾਨੂੰ ਦੱਸਣਾ ਚਾਹੂੰਗਾ ਇਹ ਗੋਲੀਆਂ ਜਿਹੜੀਆਂ ਹੈਗੀਆਂ ਬੰਦੂਕ ਵਾਲੀਆਂ ਨਹੀਂ ਹੈਗੀਆਂ, ਇਹ ਰਾਈਫਲ ਜਿਹੜੀ ਹੁੰਦੀ ਹੈਗੀ ਜਿਹੜੀ ਖੇਡਾਂ ਵਿੱਚ ਯੂਜ਼ ਕਰਦੇ ਹੈਗੇ, ਉਹਦੇ ਜਿਹੜੇ ਸ਼ੈਲਸ ਹੈਗੇ ਛੱਰੇ ਹੈਗੇ ਉਹ ਹੈਗੇ ਆ। ਔਰ ਇਹ ਛੱਰੇ ਇਕੱਠੇ ਕੀਤੇ ਸੀ ਮੈਂ ਕੈਪਟਨ ਵਿਕਰਮ ਬਤਰਾ ਸ਼ੂਟਿੰਗ ਰੇਂਜ ਦੇ ਵਿੱਚੋਂ, ਜਿਹੜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈਗੀ ਹੈ। ਉੱਥੇ ਜਿਹੜੇ ਛੱਰੇ ਇੱਕ ਵਾਰ ਹਿੱਟ ਕਰ ਗਏ ਆਪਣਾ ਟਾਰਗੇਟ ਤੇ ਉਹ ਜਿਹੜੇ ਉਹ ਬਚ ਜਾਂਦੇ ਹੈਗੇ ਆ ਜ਼ਮੀਨ ਤੇ ਉਹ ਮੈਂ ਇਕੱਠੇ ਕਰਕੇ ਇਹ ਪੋਰਟਰੇਟ ਤਿਆਰ ਕਰਕੇ ਇਹਨਾਂ ਨੂੰ ਟ੍ਰਿਬਿਊਟ ਦਿੱਤੀ ਸੀਗੀ। ਵਾਹ ਜੀ ਵਾਹ। ਹੁਣ ਦੇਖੋ ਇੰਨੀ ਦੂਰ ਤੱਕ ਸਮਾਨ ਇਕੱਠਾ ਕਰਨ ਜਾਣਾ, ਜੀ ਹਾਂ, ਜਿਵੇਂ ਅਸੀਂ ਦੇਖੀਆਂ ਤੁਹਾਡੀਆਂ ਤਸਵੀਰਾਂ ਜਿਹੜੀਆਂ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਇਸ ਵੇਲੇ, ਵੱਖਰੀਆਂ ਵੱਖਰੀਆਂ ਤਸਵੀਰਾਂ ਤੁਸੀਂ ਜਿਹੜੀਆਂ ਬਣਾਉਂਦੇ ਹੋ। ਜਿਵੇਂ ਹੁਣ ਸਾਡੇ ਫੌਜ ਦੇ ਵੱਡੇ ਜਰਨੈਲ ਦੀ ਤੁਸੀਂ ਬਿਪਨ ਰਾਵਤ ਹੋਣਾ ਦੀ ਤਸਵੀਰ ਬਣਾਈ ਹੈ, ਉਹ ਇੱਕ ਫੌਜੀ ਵਰਦੀ ਦੇ ਵਿੱਚੋਂ ਕੁਝ ਕੱਟ ਪੀਸ ਲੈ ਕੇ ਮਟੀਰੀਅਲ ਇਕੱਠਾ ਕਰਨਾ ਜਿਹੜਾ ਜੀ ਇਹ ਬੜਾ ਔਖਾ ਹੈ। ਮੰਨ ਲਓ ਤੁਸੀਂ ਇੱਕ ਉਹ ਆਮ ਤੌਰ ਤੇ ਸਵਾਲ ਪੁੱਛਦੇ ਮੁਰਗੀ ਆ ਇੱਕ ਅੰਡਾ, ਤੇ ਤੁਸੀਂ ਉਸ ਸਵਾਲ ਨੂੰ ਇੱਕ ਬੜਾ ਸਿੰਬੋਲਿਕਲੀ ਲੋਕਾਂ ਦੇ ਸਾਹਮਣੇ ਆਪਣੀ ਕਲਾ ਰਾਹੀਂ ਲਿਆਉਣ ਦੇ ਲਈ ਅੰਡਿਆਂ ਦੇ ਉਹ ਖੋਲ ਦੇ ਨਾਲ ਉਹ ਛਿੱਲਾਂ ਦੇ ਨਾਲ ਉਹ ਬਣਾਇਆ। ਵੀ ਇੰਨਾ ਸਮਾਨ ਇਕੱਠਾ ਕਰਨਾ, ਲੋਕਾਂ ਦੇ ਕੋਲ ਥਾਂ ਫਿਰਨਾ, ਲੋਕ ਤਾਂ ਕਈ ਵਾਰ ਕਮਲਾ ਵੀ ਸਮਝਦੇ ਹੋਣੇ ਸਾਨੂੰ। ਹਾਂ ਬਿਲਕੁਲ। ਦੇਖੋ ਸਭ ਤੋਂ ਪਹਿਲਾਂ ਤਾਂ ਆਹ ਹੁੰਦਾ ਜਿੱਦਾਂ ਹੁਣ ਤੁਸੀਂ ਦੱਸਿਆ ਕੈਪਟਨ ਆਪਾਂ ਜਿਹੜੀ ਮੈਂ ਪੋਰਟਰੇਟ ਬਣਾਈ ਸੀ CDS ਵਿਪਨ ਰਾਵਤ ਜੀ ਦੀ, ਠੀਕ ਹੈ, ਉਹ ਮੈਂ ਬਣਾਈ ਸੀਗੀ ਆਰਮੀ ਦੀ ਜਿਹੜੀ ਡਰੈਸ ਹੁੰਦੀ ਹੈਗੀ ਹੈ ਉਹਦੀ ਕੰਤਾਂ ਜਿਹੜੀਆਂ ਹੁੰਦੀਆਂ ਹੈਗੀਆਂ, ਉਹਦੇ ਵਾਸਤੇ ਮੈਂ ਜਲੰਧਰ ਕੈਂਟ ਗਿਆ, ਉੱਥੇ ਜਿਹੜੇ ਟੇਲਰ ਸ਼ਾਪ ਹੈਗੀ ਆ ਉੱਥੋਂ ਮੈਂ ਇਕੱਠੀਆਂ ਕੀਤੀਆਂ ਸੀਗੀਆਂ। ਬਟ ਇੱਕ ਸਭ ਤੋਂ ਵੱਡਾ ਕੁਐਸਚਨ ਆ ਆਉਂਦਾ ਹੈਗਾ ਕਿ ਮੈਂ ਕਿਸੇ ਦੁਕਾਨ 'ਚ ਤਾਂ ਜਾਂਦਾ ਪਿਆ ਹੈਗਾ, ਉਹ ਮੈਨੂੰ ਕਿਉਂ ਆਪਣਾ ਜਿਹੜਾ ਹੈਗਾ ਵਰਕ ਪਲੇਸ ਉਹਦੇ ਵਿੱਚ ਐਂਟਰ ਕਰਨ ਦੇਵੇ, ਠੀਕ ਹੈ। ਔਰ ਜੇ ਮੈਂ ਐਂਟਰ ਕਰਦਾ ਹੈਗਾ ਕਿਉਂਕਿ ਇੱਕ ਇਨਸਿਕਿਉਰਿਟੀ ਹੁੰਦੀ ਹੈਗੀ ਬਿਜ਼ਨਸਮੈਨ ਨੂੰ ਕਿ ਇਹਨੇ ਕਰਨਾ ਕੀ ਆ, ਹਾਂ ਇਹਨੇ ਕੀ ਕਰਨਾ ਹੈਗਾ, ਠੀਕ ਹੈ, ਔਰ ਇਹ ਮੇਰੀ ਵੇਸਟੇਜ ਕਿਉਂ ਮੰਗਦਾ ਪਿਆ ਹੈਗਾ, ਠੀਕ ਹੈ। ਫਿਰ ਹਾਂ ਕਈ ਵਾਰ ਮੈਨੂੰ ਸਮਝਾਉਣਾ ਪੈਂਦਾ ਹੈਗਾ, ਠੀਕ ਹੈ, ਤੇ ਉਸ ਤੋਂ ਬਾਅਦ 'ਚੋਂ ਜਦੋਂ ਕਨਵਿੰਸ ਹੋ ਜਾਂਦੇ ਫਿਰ ਉਹ ਖੁਸ਼ੀ ਮੈਨੂੰ ਆਪਣਾ ਮਟੀਰੀਅਲ ਦੇ ਦਿੰਦੇ ਹੈਗੇ। ਔਰ ਜਦ ਮੈਂ ਉਹ ਪੋਰਟਰੇਟ ਬਣਾ ਲੈਂਦਾ ਹੈਗਾ ਤੇ ਮੈਂ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦਾ ਹੈਗਾ ਕਿ ਹਾਂ ਜਿਹੜਾ ਤੁਹਾਡਾ ਵੇਸਟੇਜ ਹੈਗੀ ਆ ਮੈਂ ਲੈ ਕੇ ਗਿਆ ਸੀਗਾ, ਜਾਂ ਜਿਹੜਾ ਤੁਹਾਡੇ ਕੋਲ ਮੈਂ ਸਮਾਨ ਲਿੱਤਾ ਸੀਗਾ ਉਹਦੇ ਨਾਲ ਮੈਂ ਆਹ ਵਾਲੀ ਪੋਰਟਰੇਟ ਬਣਾਈ ਹੈ। ਕੀ ਬਾਤ ਹੈ। ਔਰ ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਉਹ ਰਹਿੰਦ ਖੂੰਹਦ ਆਪਾਂ ਕਹਿ ਲੈਂਦੇ ਆ ਕਿ ਜਿਹੜੀ ਉਹਨਾਂ ਨੇ ਸੁੱਟਣੀ ਹੁੰਦੀ ਆ ਤੇ ਜਾਂ ਫਿਰ ਕਿਤੇ ਕਬਾੜ ਦੇ ਵਿੱਚ ਵੇਚਣੀ ਹੁੰਦੀ ਆ, ਦੇਖੋ ਇੱਕ ਸ਼ਖਸ ਉਹ ਕਿ ਜਿਹਨੇ ਆਲੇ ਦੁਆਲੇ ਕਬਾੜ ਇਕੱਠਾ ਕਰਕੇ ਰੌਕ ਗਾਰਡਨ ਬਣਾਤਾ ਹਨਾ, ਲੋਕ ਉਹਨੂੰ ਦੇਖਣ ਜਾਂਦੇ ਆ। ਇੱਕ ਤੁਸੀਂ ਹੋ ਕਿ ਜਿਹੜੀਆਂ ਬੇਕਾਰ ਚੀਜ਼ਾਂ ਪਈਆਂ ਹੁੰਦੀਆਂ, ਜਿਹੜੀਆਂ ਸਾਡੀ ਨਜ਼ਰ ਦੇ ਵਿੱਚ ਬੇਕਾਰ ਹੈ, ਤੁਹਾਡੀ ਨਜ਼ਰ ਦੇ ਵਿੱਚ ਬੇਕਾਰ ਨਹੀਂ, ਤੁਹਾਡੇ ਲਈ ਉਹ ਸੋਨਾ ਆ, ਪਰ ਤੁਸੀਂ ਉਹਨੂੰ ਹੀਰਾ ਬਣਾ ਕੇ ਸਾਡੇ ਸਾਹਮਣੇ ਰੱਖ ਦਿੰਦੇ ਹੋ। ਹੁਣ ਜੇਕਰ ਅਸੀਂ ਰੀਲਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਸਾਡੀਆਂ ਟੇਪ ਦੇ ਵਿੱਚ ਲੱਗਦੀਆਂ ਹੁੰਦੀਆਂ ਸੀਗੀਆਂ, ਉਹਨਾਂ ਰੀਲਾਂ ਦੇ ਨਾਲ ਤੁਸੀਂ ਤਸਵੀਰਾਂ ਬਣਾਈਆਂ। ਜਦੋਂ ਤੁਸੀਂ ਬਿੰਦਰਖੀਏ ਦੀ ਗੱਲ ਕਰਦੇ ਹੋ, ਸੁਰਜੀਤ ਬਿੰਦਰਖੀਆ ਸਾਡੇ ਪੰਜਾਬ ਦਾ ਇੱਕ ਬਹੁਤ ਵੱਡਾ ਮਹਾਨ ਗਾਇਕ ਸੀ, ਉਹਦੀਆਂ ਤੁਸੀਂ ਰੀਲ ਦੇ ਨਾਲ ਲਤਾ ਮੰਗੇਸ਼ਕਰ ਜੀ ਦੀਆਂ ਤੁਸੀਂ ਜਿਹੜੀਆਂ ਟੇਪ ਦੀਆਂ ਰੀਲਾਂ ਹੁੰਦੀਆਂ ਉਹਨਾਂ ਦੇ ਨਾਲ ਤਸਵੀਰਾਂ ਬਣਾਈਆਂ। ਇਹ ਦਿਮਾਗ ਦੇ ਵਿੱਚ ਕਿੱਥੋਂ ਆ ਜਾਂਦਾ ਕਿ ਯਾਰ ਇਹ ਇਸੇ ਚੀਜ਼ ਦੇ ਨਾਲ ਇਹ ਤਸਵੀਰ ਬਣ ਸਕਦੀ ਆ? ਬਿਲਕੁਲ, ਮੈਂ ਤੁਹਾਨੂੰ ਦੱਸਦਾ ਕਿ ਮੇਰਾ ਜਿਹੜਾ ਕੰਮ ਹੈਗਾ ਉਹ ਬੇਸਿਕਲੀ ਆਹੀ ਹੈਗਾ ਕਿ ਕਿਹੜੀ ਪਰਸਨੈਲਿਟੀ ਨੇ ਕੀ ਕੀਤਾ, ਉਹਨੂੰ ਮੈਂ ਕਿਹੜੇ ਮਟੀਰੀਅਲ ਨਾਲ ਰਿਲੇਟ ਕਰਾਂ। ਕਈ ਵਾਰ ਤਾਂ ਇਹਦੇ ਵਿੱਚ ਮੈਨੂੰ ਨਾਲ ਦੀ ਨਾਲ ਮਟੀਰੀਅਲ ਮਿਲ ਜਾਂਦਾ, ਠੀਕ ਹੈ, ਕਈ ਵਾਰ ਮੈਂ ਸੋਚਦਾ ਹੀ ਰਹਿ ਜਾਂਦਾ ਹੈਗਾ ਕਿ
ਇਹ ਪਾਰਟਿਕੂਲਰ ਚੀਜ਼ ਨੂੰ ਮੈਂ ਡਿਫਾਈਨ ਨਹੀਂ ਕਿੱਦਾਂ ਕਰਾਂ, ਠੀਕ ਹੈ। ਔਰ ਹੁਣ ਮੈਂ ਤੁਹਾਨੂੰ ਇੱਕ ਦੋ ਐਗਜ਼ਾਮਪਲ ਦਿੰਦਾ ਹੈਗਾ, ਠੀਕ ਹੈ। ਜਿੱਦਾਂ ਹੁਣ ਮੈਂ ਇੱਕ ਫੋਟੋ ਬਣਾਉਣੀ ਸੀਗੀ, ਮੈਂ ਸ਼ੇਨ ਵੌਨ ਦੀ ਇੱਕ ਫੋਟੋ ਬਣਾਉਣੀ ਸੀਗੀ। ਸ਼ੇਨ ਵੌਨ ਜਿਨ੍ਹਾਂ ਨੂੰ ਆਪਾਂ ਸਪਿਨਰ ਦੇ ਨਾਮ ਤੋਂ ਬਹੁਤ ਤਗੜੇ ਸਪਿਨਰ ਸੀਗੇ, ਠੀਕ ਹੈ। ਤੇ ਮੈਂ ਇੱਕ ਪੋਰਟਰੇਟ ਬਣਾਈ, ਐਬਸਟ੍ਰੈਕਟ ਹੀ ਸੀਗੀ, ਗੇਂਦ ਦੇ ਉੱਤੇ ਬਣਾਈ, ਠੀਕ ਹੈ। ਹੁਣ ਮੰਨ ਲਓ ਮੈਂ ਗੇਂਦ ਦੇ ਉੱਤੇ ਤਾਂ ਸਿੰਪਲ ਪੋਰਟਰੇਟ ਬਣਾ ਸਕਦਾ ਸੀਗਾ ਕਿ ਆ ਲਓ ਜੀ ਬਾਲ ਦੇ ਉੱਤੇ ਪੋਰਟਰੇਟ ਬਣ ਗਈ ਹੈਗੀ ਆ ਤੇ ਇਹ ਸ਼ੇਨ ਵੌਨ ਹੈਗਾ। ਬਟ ਨਹੀਂ, ਉਹ ਤੋਂ ਮੈਂ ਸਪਿਨਰ ਨਹੀਂ ਡਿਫਾਈਨ ਕਰਦਾ ਪਿਆ, ਮੈਂ ਉਹ ਫੋਟੋ ਨੂੰ ਇੱਕ ਐਦਾਂ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਐਬਸਟ੍ਰੈਕਟ ਫੋਟੋ ਬਣੀ ਦੀ ਹੈਗੀ ਹੈ ਔਰ ਜਦੋਂ ਇੱਕ ਪਾਰਟਿਕੂਲਰ ਸਪੀਡ ਤੇ ਘੁੰਮੇ, ਠੀਕ ਹੈ, ਤੇ ਸਾਨੂੰ ਸ਼ੇਨ ਵੌਨ ਜਿਹੜਾ ਹੈਗਾ ਉਹ ਦਿਖੇਗਾ, ਠੀਕ ਹੈ। ਹਾਂ, ਬਟ ਕਈ ਵਾਰ ਮੇਰੇ ਜਿਹੜਾ ਕੰਮ ਹੈਗਾ ਐਕਸਪੈਰੀਮੈਂਟ ਬੇਸਿਸ ਤੇ ਹੁੰਦਾ ਹੈਗਾ, ਉਹ ਪਾਰਟਿਕੂਲਰ ਮੈਨੂੰ ਸਪੀਡ ਹੀ ਨਹੀਂ ਮਿਲੀ ਜਿੱਤੇ ਉਹਨੂੰ ਘੁਮਾਈਏ ਤੇ ਉਹ ਫੋਟੋ ਦਿਖੇ, ਠੀਕ ਹੈ। ਤੇ ਉਹ ਫੇਲੀਅਰ ਗਿਆ ਹੈਗਾ। ਨਹੀਂ, ਅਸੀਂ ਇਹਨੂੰ ਫੇਲੀਅਰ ਨਹੀਂ ਕਹਿ ਸਕਦੇ ਕਿਉਂਕਿ ਤਜਰਬੇ ਆ। ਪਹਿਲੀ ਵਾਰੀ ਚੰਦਰਯਾਨ ਵੀ ਸਾਡਾ ਉੱਥੇ ਜਾ ਕੇ ਟੇਢਾ ਹੋ ਗਿਆ ਸੀਗਾ। ਹੁਣ ਤੁਸੀਂ ਮੇਰੇ ਹੱਥ ਦੇ ਵਿੱਚ ਆ ਫੱਟੀ ਦੇਖੋ, ਫੱਟੀ ਬਹੁਤ ਸਾਰਿਆਂ ਨੇ ਵਰਤੀ ਹੋਗੀ, ਨਵੀਂ ਪੀੜ੍ਹੀ ਦੀ ਤਾਂ ਗੱਲ ਆਪਾਂ ਨਹੀਂ ਕਰਦੇ। ਉਹ ਜਿਹੜੇ ਮੇਰੇ ਹਾਣ ਦੇ ਆ ਜਾਂ ਮੇਰੇ ਤੋਂ ਪਹਿਲਾਂ ਦੇ ਲੋਕ ਨੇ, ਉਹਨਾਂ ਨੇ ਇਸ ਫੱਟੀ ਨੂੰ ਜ਼ਰੂਰ ਵਰਤਿਆ, ਇਸਤੇਮਾਲ ਕੀਤਾ। ਪੜ੍ਹਦੇ ਸੀ ਊੜਾ, ਐੜਾ, ਈੜੀ, ਸੱਸਾ, ਹਾ 35 ਲਿਖਣੀ ਇਹਦੇ ਉੱਪਰ, ਪਰ ਇਹ ਉਸ ਤੋਂ ਬਾਅਦ ਗਾਇਬ ਹੋ ਗਏ। ਪਰ ਇਸ ਫੱਟੀ ਨੂੰ ਗਾਇਬ ਨਹੀਂ ਹੋਣ ਦਿੱਤਾ ਵਰੁਣ ਟੰਡਨ ਹੋਣਾ ਨੇ, ਕਿਉਂਕਿ ਇਸ ਫੱਟੀ ਨੂੰ ਵੀ ਇਸਤੇਮਾਲ ਕੀਤਾ ਹੈ। ਇਸ ਫੱਟੀ ਦੀ ਵੀ ਆਪਣੀ ਇੱਕ ਕਹਾਣੀ ਹੈ, ਕਿਉਂਕਿ ਇਹ ਫੱਟੀ ਵੀ ਮੂੰਹੋਂ ਬੋਲਦੀ ਹੈ। ਕਿਸ ਤਰ੍ਹਾਂ? ਇਸ ਤਰੀਕੇ ਦੇ ਨਾਲ। ਇਹ ਫੱਟੀ ਹੁਣ ਫੱਟੀ ਨਹੀਂ ਰਹੀ, ਇੱਕ ਬਹੁਤ ਵੱਡਾ ਸੁਨੇਹਾ ਬਣ ਗਈ ਹੈ ਔਰ ਇਹ ਸੁਨੇਹਾ ਪੰਜਾਬੀ ਮਾਂ ਬੋਲੀ ਦਾ ਸੁਨੇਹਾ ਹੈ ਔਰ ਆਪਣੇ ਉਸ ਅਜ਼ੀਮ ਸ਼ਾਇਰ ਦਾ ਕਿ ਜਿਹੜੇ ਪੰਜਾਬੀ ਮਾਂ ਬੋਲੀ ਦੇ ਲਈ ਲਗਾਤਾਰ ਲੱਗੇ ਹੋਏ ਨੇ। ਔਰ ਇਹ ਜਿਹੜੇ ਪਦਮ ਸ਼੍ਰੀ ਜਨਾਬ ਸੁਰਜੀਤ ਪਾਤਰ ਸਾਹਿਬ ਦੀ ਤੁਸੀਂ ਇਹ ਫੱਟੀ ਦੇ ਉੱਪਰ ਤਸਵੀਰ ਬਣਾਈ ਆ। ਟੰਡਨ ਜੀ, ਪਹਿਲਾਂ ਤਾਂ ਇਸ ਫੱਟੀ ਦਾ ਜਿਹੜਾ ਇਤਿਹਾਸ ਆ ਨਾ, ਇਹ ਜ਼ਰੂਰ ਦੱਸਿਓ। ਇਹ ਜਿਹੜੀ ਤੁਸੀਂ ਪੋਰਟਰੇਟ ਦੇਖਦੇ ਪਏ ਹੋ, ਇਹ ਫੱਟੀ ਤੇ ਬਣਾਈ ਹੈਗੀ ਹੈ। ਇਹ ਮੈਂ ਬਣਾਈ ਸੀ ਪਿਛਲੇ ਸਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ, ਇੰਟਰਨੈਸ਼ਨਲ ਮਦਰ ਲੈਂਗੁਏਜ ਡੇ, ਜਿਹੜਾ ਕਿ ਫਰਵਰੀ ਦੇ ਵਿੱਚ ਆਉਂਦਾ ਹੈਗਾ। ਉਹ ਤੇ ਮੈਂ ਡਾਕਟਰ ਸੁਰਜੀਤ ਪਾਤਰ ਦੀ ਪੋਰਟਰੇਟ ਬਣਾਉਣਾ ਚਾਹੁੰਦਾ ਸੀਗਾ, ਜਿਨ੍ਹਾਂ ਨੂੰ ਤੁਸੀਂ ਦੱਸਿਆ ਪਦਮ ਸ਼੍ਰੀ ਹੈਗੇ ਔਰ ਲਿਟਰੇਚਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਇੱਕ ਸਾਡੇ ਲਈ। ਬਿਲਕੁਲ। ਤੇ ਇਹ ਜਿਹੜੀ ਹੁਣ ਮੇਰੇ ਦਿਮਾਗ 'ਚ ਤਾਂ ਕਨਸੈਪਟ ਆ ਗਿਆ, ਮੈਂ ਇਹਨਾਂ ਦੀ ਫੋਟੋ ਬਣਾਉਣੀ ਹੈਗੀ ਹੈ, ਠੀਕ ਹੈ। ਇਹਨਾਂ ਨੂੰ ਪਦਮ ਸ਼੍ਰੀ ਜੇ ਮਿਲਿਆ ਹੈਗਾ, ਇਹਨਾਂ ਦੇ ਜੋ ਲਿਖਿਆ ਇਹਨਾਂ ਨੇ ਉਹ ਕਰਕੇ ਮਿਲਿਆ ਹੈਗਾ, ਪੰਜਾਬੀ ਜ਼ੁਬਾਨ ਨੂੰ ਪੂਰੀ ਦੁਨੀਆ ਵਿੱਚ ਫੈਲਾਇਆ ਹੈਗਾ, ਕਨਸੈਪਟ ਆ ਗਿਆ, ਠੀਕ ਹੈ। ਇਹਨਾਂ ਦੀ ਫੋਟੋ ਬਣਾਉਣੀ, ਕਿੰਨਾ ਬਣਾਉਣੀ, ਊੜਾ ਐੜਾ ਲਿਖ ਕੇ, ਠੀਕ ਹੈ। ਬਟ ਮੈਂ ਬਣਾਉਣੀ ਕਿੰਦੇ ਤੇ ਹੈ, ਉਹ ਮੈਨੂੰ ਚਾਹੀਦੀ ਸੀ ਫੱਟੀ, ਠੀਕ ਹੈ। ਫੱਟੀ ਜਿੱਦਾਂ ਤੁਸੀਂ ਦੱਸਿਆ, ਤੁਸੀਂ ਆਪਣੇ ਟਾਈਮ ਤੇ ਜਾਂ ਤੁਹਾਡੇ ਤੋਂ ਪਹਿਲਾਂ ਵਾਲਿਆਂ ਨੇ ਯੂਜ਼ ਕੀਤੀ, ਅੱਜ ਦੀ ਡੇਟ ਵਿੱਚ ਫੱਟੀ ਨਹੀਂ ਹੈਗੀ। ਅੱਜ ਦੀ ਡੇਟ 'ਚ ਡਿਜੀਟਲ ਯੁੱਗ ਹੈਗਾ, ਠੀਕ ਹੈ। ਹੁਣ ਤਾਂ ਕਾਪੀਆਂ ਵੀ ਚਲੀਆਂ ਗਈਆਂ ਕਰੋਨਾ ਤੋਂ ਬਾਅਦ ਚੋਂ, ਠੀਕ ਹੈ। ਹੁਣ ਲੈਪਟਾਪ ਤੇ ਕੰਮ ਹੋ ਰਿਹਾ ਹੈਗਾ, ਠੀਕ। ਤੇ ਆ ਜਿਹੜਾ ਹੈਗਾ, ਇਹ ਕਿਤੇ ਨਾ ਕਿਤੇ ਫੱਟੀ ਵੀ ਸਾਡਾ ਇਤਿਹਾਸ ਹੈਗਾ, ਠੀਕ ਹੈ। ਹੁਣ ਇਹ ਫੱਟੀ ਦੀ ਆਪਣੀ ਇੱਕ ਕਹਾਣੀ ਹੈਗੀ ਹੈ। ਇਹ ਜਿਹੜੀ ਫੱਟੀ ਹੈਗੀ ਹੈ ਅੱਜ ਦੀ ਡੇਟ ਵਿੱਚ ਮਾਰਕੀਟ ਵਿੱਚ ਨਹੀਂ ਮਿਲਦੀ, ਠੀਕ। ਮੈਨੂੰ ਫੱਟੀ ਨਾ ਮਿਲੇ ਪੋਰਟਰੇਟ ਬਣਾਉਣ ਲਈ, ਤੇ ਫਿਰ ਇੱਕ ਆਂਟੀ ਹੈਗੇ ਸਾਡੇ ਘਰ ਆਉਂਦੇ ਹੈਗੇ, ਤੇ ਉਹਨਾਂ ਨੇ ਕਿਹਾ, ਕਹਿੰਦੇ ਮੈਂ ਆਪਣੇ ਘਰ ਦੇਖਾਂਗੀ, ਸ਼ਾਇਦ ਮੇਰੇ ਮੁੰਡੇ ਦੀ ਪਈ ਹੋਵੇ, ਠੀਕ ਹੈ। ਤੇ ਆ ਜਿਹੜੀ ਫੱਟੀ ਹੈਗੀ ਹੈ ਉਹ ਲੱਭ ਕੇ ਲੈ ਕੇ ਆਏ ਆਪਣੇ ਘਰ ਤੋਂ। ਤੇ ਇਹ ਜਿਹੜੀ ਫੱਟੀ ਹੈਗੀ ਆ 15 ਤੋਂ 20 ਸਾਲ ਪੁਰਾਣੀ ਫੱਟੀ ਹੈਗੀ ਹੈ, ਠੀਕ ਹੈ। ਜਦ ਉਹਨਾਂ ਦਾ ਬੇਟਾ ਪੜ੍ਹਦਾ ਹੁੰਦਾ ਸੀਗਾ, ਠੀਕ। ਤੇ ਉਹਨੇ ਸੰਭਾਲ ਕੇ ਰੱਖੀ ਸੀਗੀ, ਠੀਕ ਹੈ। ਉਹ ਕਹਿੰਦਾ, ਜਦ ਉਹਨਾਂ ਨੇ ਮੈਨੂੰ ਦਿੱਤੀ ਕਿ ਨਾਲ ਇੱਕ ਮੈਨੂੰ ਮੈਸੇਜ ਆਇਆ ਉਹਨਾਂ ਦੇ ਬੇਟੇ ਵੱਲੋਂ, ਕਹਿੰਦੇ ਕਿ ਇਹ ਭਾਜੀ ਨੂੰ ਕਹੀਓ ਇਹ ਫੱਟੀ ਨੂੰ ਸੰਭਾਲ ਕੇ ਰੱਖਿਓ। ਮੈਂ ਕਿਹਾ ਯਾਰ ਆਹ ਗੱਲ ਹੀ ਕਹਿੰਦਾ ਹੈਗਾ, ਤਾਂ ਬਹੁਤ ਪੁਰਾਣੀ ਹੈਗੀ, ਵੇਸਟੇਜ ਹੀ ਹੈਗੀ ਹੈ। ਉਹਦੀ ਵਰਡਿੰਗ ਆ ਸੀਗੀ, ਇਹ ਨਾ ਵਿਦਿਆ ਦਾ ਰੂਪ ਹੈਗਾ, ਠੀਕ ਹੈ। ਇਹ ਸਰਸਵਤੀ ਮਾਤਾ ਹੁੰਦੀ ਹੈਗੀ ਪੜ੍ਹਾਈ ਦੇ ਵਿੱਚ, ਠੀਕ ਹੈ। ਤੇ ਇਸ ਕਰਕੇ ਮੈਂ ਇਹਨੂੰ ਕਦੇ ਸੁੱਟਿਆ ਹੀ ਨਹੀਂ ਹੈਗਾ। ਔਰ ਜਿੱਦਾਂ ਹੁਣ ਆਮ ਸਾਡੇ ਘਰਾਂ ਵਿੱਚ ਹੁੰਦਾ ਟ੍ਰੈਂਡ, ਜੇ ਕੋਈ ਜਦ ਲੋਹੜੀ ਆਉਂਦੀ ਹੈਗੀ, ਘਰ 'ਚ ਜੋ ਵੀ ਪੁਰਾਣੀ ਲੱਕੜ ਹੋਵੇ, ਉਹ ਕਹਿੰਦੇ ਚਲੋ ਵੀ ਪਾ ਦਿਓ ਲੋਹੜੀ ਦੇ ਵਿੱਚ। ਤੇ ਉਹਨੇ ਸੰਭਾਲ ਕੇ ਰੱਖੀ ਕਿ ਆ ਵਿਦਿਆ ਦਾ ਰੂਪ ਹੈਗਾ। ਤੇ ਮੈਂ ਉਹਨੂੰ ਪ੍ਰੋਮਿਸ ਕੀਤਾ ਕਿ ਹਾਂ ਆ ਕੋਈ ਇੱਦਾਂ ਦਾ ਵੇਸਟ ਨਹੀਂ ਹੋਊਗਾ,
ਇਹਦੇ ਉੱਤੇ ਗਾਚੀ ਦੀ ਲੇਅਰ ਲੱਗੀ ਦੀ ਸੀਗੀ। ਪਹਿਲਾਂ ਮੈਂ ਰੇਗ ਮਾਰ ਕੇ ਇਹਨੂੰ ਸਾਰਾ ਫਿਨਿਸ਼ ਕੀਤਾ, ਠੀਕ ਹੈ। ਔਰ ਜ਼ਿਆਦਾ ਬਿਲਕੁਲ ਕੰਮ ਕਰਨ ਦੇ ਲਾਇਕ ਹੋਈ। ਫਿਰ ਮੈਂ ਇਹਦੇ ਉੱਤੇ ਪੈਨ ਦੇ ਨਾਲ, ਪੈਨ ਤੇ ਮਾਰਕਰ ਔਰ ਸਕੈਚ ਕਲਰ, ਉਹਦੇ ਨਾਲ ਇਹ ਪੋਰਟਰੇਟ ਤਿਆਰ ਕੀਤੀ। ਔਰ ਇਹ ਪੋਰਟਰੇਟ ਬਣਾਉਣ ਲਈ ਮੈਂ ਸਾਰਾ ਊੜਾ ਐੜਾ ਲਿਖਿਆ ਹੈਗਾ, ਠੀਕ ਹੈ। ਔਰ ਨੀਚੇ ਮੈਂ ਲਿਖਿਆ ਸਾਡੀ ਮਾਂ ਬੋਲੀ ਦਾ ਰਾਖਾ, ਵਾਹ, ਠੀਕ ਹੈ। ਇਹਦਾ ਟਾਈਟਲ ਹੈ। ਬਿਲਕੁਲ ਜੀ। ਔਰ ਇਹ ਫੱਟੀ ਸੱਚਮੁੱਚ ਇਤਿਹਾਸ ਬਣ ਗਈ। ਔਰ ਹੁਣ ਇਹਨੂੰ ਤੇ ਸੋਚ ਵੀ ਨਹੀਂ ਸਕਦੇ ਕਿ ਆਪਾਂ ਇਹਨੂੰ ਕਿਤੇ ਐਸੀ ਜਗ੍ਹਾ ਤੇ ਰੱਖ ਦਈਏ ਕਿ ਜਿੱਥੇ ਦਿਸੇ ਨਾ। ਇਹ ਹੁਣ ਹਮੇਸ਼ਾ ਸਾਡੀਆਂ ਅੱਖਾਂ ਦੇ ਵਿੱਚ ਰਹੂਗੀ। ਔਰ ਦੇਖੋ, ਕੰਮ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੀ ਹਾਂ। ਇਹ ਕੰਮ ਹੈ ਵੀ ਦੂਸਰੇ ਨਾਲੋਂ ਵੱਖਰਾ ਹੈ ਜੀ। ਚਿੱਤਰਕਾਰੀ ਵੀ ਬਹੁਤ ਹੋ ਰਹੀ ਹੈ, ਹੋਰ ਸਾਰੀਆਂ ਕਲਾਵਾਂ ਜਿਹੜੀਆਂ ਉਹ ਸਾਡੇ ਲਈ ਸਤਿਕਾਰ ਦੇ ਲਾਇਕ ਨੇ। ਅਸੀਂ ਕਲਾਕਾਰਾਂ ਦੀ ਦਿਲੋਂ ਇੱਜ਼ਤ ਕਰਦੇ ਹਾਂ। ਤੁਹਾਡਾ ਕੰਮ ਜਿਹੜਾ ਇਹ ਸਮਾਨ ਦਾ ਇੱਕ ਚੀਜ਼ਾਂ ਲੱਭਣੀਆਂ ਪੈਂਦੀਆਂ, ਬਹੁਤ ਮਿਹਨਤ ਵਾਲਾ ਕੰਮ ਹੈ, ਔਖਾ ਕੰਮ ਹੈ, ਡਾਢਾ ਕੰਮ ਹੈ। ਇਸ ਕੰਮ ਦਾ ਭਵਿੱਖ ਹੈ, ਫਿਊਚਰ ਹੈ? ਦੇਖੋ, ਕਈ ਵਾਰ ਆ ਹੁੰਦਾ ਹੈਗਾ ਕਿ ਇੱਕ ਜਨਰੇਸ਼ਨ ਉਹਨੂੰ ਐਕਸਪਲੋਰ ਹੀ ਕਰਦੀ ਰਹਿ ਜਾਂਦੀ ਹੈਗੀ ਹੈ, ਠੀਕ ਹੈ, ਤੇ ਆਪਣੀ ਲਾਈਫ ਸਾਰੀ ਐਕਸਪਲੋਰ ਦੇ ਵਿੱਚ ਹੀ ਘਟ ਜਾਂਦੀ ਹੈਗੀ ਹੈ। ਹਾਂ, ਉਸ ਤੋਂ ਬਾਅਦ ਚੋਂ ਦੁਨੀਆ ਵਿੱਚ ਕੀ ਹੁੰਦਾ ਹੈਗਾ ਕਿ ਦੁਨੀਆ ਉਹ ਚੀਜ਼ ਨੂੰ ਅੱਗੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਹੈ, ਠੀਕ। ਉਹ ਉਹਨਾਂ ਤੇ ਹੁੰਦਾ ਹੈਗਾ। ਨਹੀਂ, ਪਰ ਕਿਉਂ? ਇਹ ਜੇ ਕਲਾਕਾਰ ਆ, ਉਹ ਕਲਾਕਾਰ ਕੰਮ ਕਰ ਰਿਹਾ, ਪਤਾ ਵੀ ਇਹ ਸਾਰਿਆਂ ਨਾਲੋਂ ਵੱਖਰਾ ਕੰਮ ਕਰ ਰਿਹਾ, ਫਿਰ ਕਲਾਕਾਰ ਦੇ ਮਰਨ ਤੋਂ ਬਾਅਦ ਉਹਦਾ ਮੁੱਲ ਕਿਉਂ ਪਵੇ? ਮਰਨ ਤੋਂ ਬਾਅਦ ਉਹਦੀਆਂ ਬਰਸੀਆਂ ਕਿਉਂ ਮਨਾਈਆਂ ਜਾਣ? ਮਰਨ ਤੋਂ ਬਾਅਦ ਉਹਦਾ ਮੁੱਲ ਕਿਉਂ ਪਵੇ? ਉਹਦੇ ਬੁੱਤ ਕਿਉਂ ਲੱਗਣ? ਉਹਨੂੰ ਮਾਣ ਸਨਮਾਨ ਕਿਉਂ ਮਿਲੇ? ਜੀਂਦੇ ਜੀ ਕਿਉਂ ਨਹੀਂ? ਸਰ, ਇੱਕ ਮੈਂ ਸਭ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰਨਾ ਚਾਹੂੰਗਾ। ਇੱਕ ਨਾ ਸਾਡੀ ਜਿਹੜੀ ਹੈਗੀ ਹੈ ਲਾਈਫ, ਉਹ ਬੜੀ ਲਾਈਨ ਤੇ ਚੱਲਦੀ ਹੈਗੀ, ਭੇਡ ਚਾਲ ਵੀ ਕਹਿ ਸਕਦੇ ਹੈਗੇ ਆ। ਇਹ ਮੈਂ ਜਿੰਨਾ ਵੀ ਕੰਮ ਕਰਦਾ ਹੈਗਾ, ਇਹ ਸਾਰਾ ਅਨਯੂਜੂਅਲ ਹੁੰਦਾ ਹੈਗਾ, ਠੀਕ ਹੈ। ਕੋਈ ਟ੍ਰੈਡੀਸ਼ਨਲ ਮੈਥਡ ਨਹੀਂ ਹੈਗਾ, ਠੀਕ। ਹੁਣ ਜੇ ਆਪਾਂ ਸਿਲੇਬਸ ਦੀ ਗੱਲ ਕਰੀਏ, ਉਹਦੇ ਵਿੱਚ ਸਕਲਪਟਰ ਆਉਂਦੇ ਹੈਗੇ ਆ, ਠੀਕ ਹੈ, ਪੇਂਟਿੰਗ ਆਉਂਦੀਆਂ ਹੈਗੀਆਂ, ਠੀਕ ਹੈ, ਬਟ ਆਹ ਤਾਂ ਕੰਮ ਸਿਖਾਇਆ ਹੀ ਨਹੀਂ ਜਾਂਦਾ, ਠੀਕ, ਜੋ ਮੈਂ ਕਰਦਾ ਪਿਆ। ਸਿਖਾਇਆ ਤਾਂ ਕਿਸੇ ਨੇ ਨੇਕ ਚੰਦ ਜੀ ਨੂੰ ਵੀ ਨਹੀਂ ਸੀਗਾ ਵੀ ਰੌਕ ਗਾਰਡਨ ਇਦਾਂ ਬਣਨਾ। ਹਾਂ, ਬਟ ਉਹਦੇ ਵਿੱਚ ਜੇ ਇਹ ਸਿਖਾਇਆ ਨਹੀਂ ਜਾਂਦਾ ਹੈਗਾ ਤੇ ਜਿਹੜੇ ਉਹ ਮਿਲਦੇ ਹੈਗੇ ਆ, ਜਿੱਦਾਂ ਤੁਸੀਂ ਮਾਨ ਸਨਮਾਨ ਕਿਹਾ ਹੈਗਾ, ਉਹ ਮਤਲਬ ਜੇ ਰეკਮੈਂਡੇਸ਼ਨ ਵੀ ਜਾਂਦੀ ਹੈਗੀ ਆ, ਉਹ ਵੀ ਜਿਹੜੇ ਉਹ ਪਾਰਟਿਕੂਲਰ ਫੀਲਡ ਵਿੱਚ ਡਿਪਲੋਏ ਕੀਤੇ ਹੁੰਦੇ ਹੈਗੇ ਆਫਿਸਰ, ਉਹੀ ਭੇਜਦੇ ਹੈਗੇ, ਕਿਉਂਕਿ ਇਹ ਟ੍ਰੈਡੀਸ਼ਨਲ ਮੈਥਡ ਨਹੀਂ ਹੈਗਾ, ਅਨਯੂਜੂਅਲ ਹੈਗਾ ਸਾਰਾ, ਠੀਕ ਹੈ। ਹੋ ਸਕਦਾ ਇਹਦੇ ਕਰਕੇ ਨਹੀਂ ਹੈਗਾ, ਠੀਕ। ਔਰ ਜਿੱਦਾਂ ਤੁਸੀਂ ਕਿਹਾ ਕਿ ਹਾਂ, ਜੀਂਦੇ ਜੀ ਜਾਂ ਜਦ ਤੱਕ ਕਲਾਕਾਰ ਹੈਗਾ ਤਦ ਤੱਕ ਕਿਉਂ ਨਹੀਂ ਉਹਨੂੰ ਮਿਲੇ। ਮੈਂ ਇੱਕ ਨਾ ਆਪਣੇ ਮਾਈਂਡ ਵਿੱਚ ਇੱਕ ਚੀਜ਼ ਲੈ ਗਿਆ ਸੀਗਾ, ਚੱਲਿਆ ਸੀਗਾ ਕਿ ਚਾਹੇ ਇਹਦੇ ਵਿੱਚ ਮਾਨ ਸਨਮਾਨ ਹੈ ਚਾਹੇ ਨਹੀਂ ਹੈ, ਠੀਕ ਹੈ, ਮੈਂ ਕੰਮ ਕਰਨਾ ਨਹੀਂ ਬੰਦ ਕਰਨਾ, ਠੀਕ ਹੈ। ਕਿਉਂਕਿ ਇਟਸ ਆਲ ਅਬਾਊਟ ਐਕਸਪੈਰੀਮੈਂਟੇਸ਼ਨ, ਇਟਸ ਆਲ ਅਬਾਊਟ ਐਕਸਪਲੋਰੇਸ਼ਨ, ਠੀਕ ਹੈ। ਮੇਰਾ ਹਮੇਸ਼ਾ ਇੰਟਰਸਟ ਹੁੰਦਾ ਹੈਗਾ ਕਿ ਕੁਛ ਇੰਨਾ ਕਿ ਅਨਯੂਜੂਅਲ ਕਰਨ ਦੀ ਕੋਸ਼ਿਸ਼ ਕਰਾਂ ਕਿ ਹਾਂ, ਮੈਨੂੰ ਲੱਗੇ ਕਿ ਕੁਛ ਵੱਖਰਾ ਕੀਤਾ ਹੈਗਾ। ਨਹੀਂ, ਇਹ ਜਿਹੜੀਆਂ ਤਸਵੀਰਾਂ ਤੁਸੀਂ ਬਣਾਉਂਦੇ ਹੋ, ਇੰਨੀਆਂ ਖੂਬਸੂਰਤ ਆ, ਮਨ ਮੋਹਦੀਆਂ, ਇੰਝ ਲੱਗਦਾ ਸਾਡੇ ਨਾਲ ਗੱਲਾਂ ਕਰਦੀਆਂ। ਇਹਦੇ ਵਿੱਚ ਤੁਸੀਂ ਜਜ਼ਬਾਤ ਭਰਦੇ ਹੋ। ਬਿਲਕੁਲ। ਜੇਕਰ ਹੁਣ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਬਣਾਉਣੀ, ਤਸਵੀਰਾਂ ਬਹੁਤ ਸਾਰੀਆਂ ਹੈਗੀਆਂ, ਪਰ ਤੁਸੀਂ ਉਹਨਾਂ ਦੇ ਪਿੰਡੋਂ ਮਿੱਟੀ ਲੈ ਕੇ ਆਏ ਆ। ਉਹ ਮਿੱਟੀ ਦੇ ਨਾਲ ਸਾਡੀ ਰੂਹ ਜੁੜ ਗਈ, ਰੂਹ ਤੇ ਸਾਡੀ ਜੁੜ ਗਈ, ਪਰ ਤੁਹਾਡੀ ਰੂਹ ਖੁਸ਼ ਹੋਈ, ਤੁਹਾਨੂੰ ਰੋਟੀ ਮਿਲੀ, ਤੁਹਾਨੂੰ ਇਹਦਾ ਮੁਆਵਜ਼ਾ ਮਿਲਿਆ। ਜੇਕਰ ਪੱਲੇ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਨਹੀਂ, ਜੇ ਮੈਂ ਕਹਾਂ ਜੇ ਇਹਦੇ ਤੋਂ ਅਰਨਿੰਗ ਦੀ ਜੇ ਗੱਲ, ਬਿਲਕੁਲ, ਕਿਉਂਕਿ ਤੁਹਾਡਾ ਜਿਹੜਾ ਸ਼ੌਂਕ ਆ, ਇਹ ਕੱਲ ਨੂੰ ਪੇਸ਼ਾ ਵੀ ਤਾਂ ਬਣ ਸਕਦਾ। ਨਹੀਂ, ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਮੈਂ ਇੱਕ ਗ੍ਰਾਫਿਕ ਡਿਜ਼ਾਈਨਰ ਹੈਗਾ, ਔਰ ਨਾਲ ਦੀ ਨਾਲ ਮੈਂ ਜਿਹੜੇ ਕੁਛ ਇੱਦਾਂ ਦੇ ਪ੍ਰੋਜੈਕਟ ਕਰਦਾ ਹੈਗਾ, ਜਿੱਦਾਂ ਕਿਸੇ ਫੈਮਿਲੀ ਨੇ ਆਪਣੇ ਮਤਲਬ ਟ੍ਰਿਬਿਊਟ ਦੇਣੀ ਹੈਗੀ ਹੈ, ਠੀਕ ਹੈ, ਜਾਂ ਕੋਈ ਆਪਣੀ ਅਲੱਗ ਢੰਗ ਨਾਲ ਫੋਟੋ ਬਣਾਉਣਾ ਚਾਹੁੰਦਾ ਹੈਗਾ, ਠੀਕ ਹੈ, ਮੈਂ ਹਾਂ ਉਹ ਤੋਂ ਅਰਨ ਕਰਦਾ ਹੈਗਾ। ਬਟ ਆ ਜਿਹੜਾ ਹੈਗਾ ਮੇਰਾ ਪੈਸ਼ਨ ਹੈਗਾ, ਠੀਕ ਹੈ, ਦੈਟ ਇਜ਼ ਬ੍ਰੈਡ ਐਂਡ ਬਟਰ, ਠੀਕ ਹੈ, ਦੋਨੋਂ ਚੀਜ਼ਾਂ ਜ਼ਰੂਰੀ ਹੈਗੀਆਂ, ਠੀਕ ਹੈ, ਤੇ ਉੱਥੋਂ ਅਰਨ ਹੋ ਜਾਂਦਾ ਹੈਗਾ। ਮੈਨੂੰ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਜੀ। ਯਾਨੀ ਕਿ ਤੁਹਾਨੂੰ ਤੁਸੀਂ ਇਹਨੂੰ ਸਿਰਫ ਤੇ ਸਿਰਫ ਸ਼ੌਂਕ ਰੱਖਣਾ ਚਾਹੁੰਦੇ ਹੋ? ਨਹੀਂ, ਇਹ ਸ਼ੌਂਕ ਨਹੀਂ ਹੈਗਾ। ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਪ੍ਰੋਫੈਸ਼ਨਲੀ ਹੈਗਾ, ਬਟ ਆ ਜਿਹੜੇ ਤੁਸੀਂ ਅਲੱਗ ਤਸਵੀਰਾਂ ਦੇਖਦੇ ਪਏ ਹੈਗੇ, ਜਿੱਦਾਂ ਭਗਤ ਸਿੰਘ ਜੀ ਦੀ ਹੋ ਗਈ ਜਾਂ ਕੈਪਟਨ ਵਿਕਰਮ ਬਤਰਾ ਦੀ ਹੋ ਗਈ, ਇਹ ਮੈਨੂੰ ਲੱਗਾ ਕਿ ਮੈਂ ਜਿੰਨਿਆਂ ਦੀ ਵੀ ਪੋਰਟਰੇਟਸ ਬਣਾਈ ਹੈਗੀ, ਕਿਤੇ ਨਾ ਕਿਤੇ ਮੈਕਸਿਮਮ ਨੇ ਸਾਡੇ ਲਈ ਕੁਝ ਕੀਤਾ ਹੈਗਾ, ਠੀਕ ਹੈ।
ਤੇ ਮੈਨੂੰ ਆ ਲੱਗਦਾ ਹੈਗਾ ਕਿ ਜੇ ਕਿਸੇ ਨੇ ਸਾਡੇ ਲਈ ਕੁਝ ਕੀਤਾ ਹੈਗਾ, ਠੀਕ ਹੈ, ਕਿਉਂ ਨਾ ਮੈਂ ਵੀ ਉਹਨਾਂ ਵਾਸਤੇ ਕੁਝ ਕਰਾਂ, ਠੀਕ ਹੈ। ਨਹੀਂ ਬਿਲਕੁਲ ਤੁਹਾਡੀ ਗੱਲ ਇਹ ਬਹੁਤ ਦਰੁਸਤ ਆ। ਤੁਹਾਡੇ ਅੰਦਰਲੀ ਜਿਹੜੇ ਜਜ਼ਬਾਤ ਆ ਨਾ ਉਹ ਆਪਾਂ ਸਮਝ ਰਹੇ ਹਾਂ ਜੀ। ਸਾਡੇ ਭਾਰਤ ਦੀ ਇੱਕ ਤਰਾਸਦੀ ਪਤਾ ਕੀ ਹੈ ਜੀ, ਸੰਤਾਪ ਕੀ ਹੈ, ਇੱਥੇ ਅਸੀਂ ਵਾਵਾ ਕਰ ਦਿੰਦੇ ਹਾਂ ਬਹੁਤ ਛੇਤੀ ਜੀ। ਹੁਣ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਇੱਕ ਮਹਿਜ਼ ਇੱਕ ਵਾਵਾ ਆ ਜੀ ਹਾਂ। ਤੇ ਜਾਂ ਕਿਸੇ ਬੰਦੇ ਤੱਕ ਤੁਹਾਡੀ ਗੱਲ ਪਹੁੰਚ ਗਈ, ਉਹ ਤੁਹਾਡੇ ਤੱਕ ਅਪਰੋਚ ਕਰ ਲੈਣ, ਤੁਹਾਡਾ ਕਿਤੇ ਸਰਕਾਰੇ ਦਰਬਾਰੇ ਕਿਤੇ ਕੋਈ ਮਾਨ ਸਨਮਾਨ ਹੋਵੇ, ਕਲਾਕਾਰ ਨੂੰ ਬਾਂਹ ਫੜ ਲੈਣੀ, ਕਲਾਕਾਰ ਨੂੰ ਹੌਸਲਾ ਦੇ ਦੇਣਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਸਾਡੇ ਇੱਥੇ ਭਾਰਤ ਵਿੱਚ ਕਲਾਕਾਰਾਂ ਨੂੰ ਜਿਉਂਦੇ ਜੀ ਉਹਨਾਂ ਦਾ ਸਨਮਾਨ ਨਹੀਂ ਮਿਲਦਾ। ਫੈਕਟ, ਠੀਕ ਹੈ ਨਾ। ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਕਿ ਤੁਹਾਡੀ ਇਹ ਕਲਾ ਵਿਲੱਖਣ ਕਲਾ ਆ, ਇੱਕ ਵੱਖਰੀ ਕਲਾ ਆ। ਬਿਲਕੁਲ। ਤੇ ਜੇਕਰ ਇਸ ਕਲਾ ਨੂੰ ਕਿਤੇ ਸਰਕਾਰੀ ਦਰਬਾਰੇ ਮਾਨ ਸਨਮਾਨ ਮਿਲੇ, ਆਲੇ ਦੁਆਲੇ ਸਾਡੇ ਕੋਲ ਵੋਟਾਂ ਮੰਗਣ ਤਾਂ ਬਹੁਤ ਛੇਤੀ ਆ ਜਾਂਦੇ ਆ। ਇਹ ਨਹੀਂ ਆਣ ਕੇ ਕਿਸੇ ਨੇ ਕਿਹਾ ਯਾਰ ਵਰੁਣ ਟੰਡਨ ਯਾਰ ਮੁੰਡਾ ਕੰਮ ਬਹੁਤ ਵਧੀਆ ਕਰਦਾ, ਤੁਸੀਂ ਮੈਨੂੰ ਵੋਟਾਂ ਪਾਈਆਂ ਨੂੰ ਵਾਹ ਵਾਹ ਕਹਿਣੀ ਆ, ਇਹਦਾ ਆਪਾਂ ਸਨਮਾਨ ਕਰ ਆਪਣੇ ਦਿਲ ਤਾਂ ਕਰਦਾ ਆ। ਜੀ ਜੀ। ਹੁਣ ਮੈਂ ਜੇ ਪ੍ਰੋਗਰਾਮ ਕਰ ਰਿਹਾ, ਮੈਨੂੰ ਵੀ ਲੱਗਦਾ ਕਿ ਮੈਨੂੰ 2 ਬੰਦੇ ਚੰਗਾ ਕਹਿਣ, ਤੇ ਤੁਸੀਂ ਇਹ ਕੰਮ ਕਰ ਰਹੇ ਤੇ ਤੁਹਾਨੂੰ ਵੀ ਤਾਂ ਲੱਗਣਾ ਚਾਹੀਦਾ ਕਿ ਯਾਰ 4 ਬੰਦੇ ਚੰਗਾ ਕਹਿਣ। ਬਿਲਕੁਲ ਬਿਲਕੁਲ। ਪਰ ਸਾਨੂੰ ਕਿਉਂ ਨਹੀਂ ਕਹਿੰਦੇ ਕਿ ਲੋਕਾਂ ਨੂੰ ਸਾਨੂੰ ਸਮਝਾਉਣ ਦੇ ਵਿੱਚ ਕਮੀ ਰਹਿ ਗਈ ਕਿ ਅਸੀਂ ਆਪਣੀ ਉਹ ਕਲਾ ਐਕਸਪਲੋਰ ਨਹੀਂ ਕਰ ਸਕੇ ਚੰਗੇ ਤਰੀਕੇ ਨਾਲ? ਕਮੀ ਕਿੱਥੇ ਸਮਝਦੇ ਹੋ? ਮੈਂ ਕਮੀ ਆ ਇੱਥੇ ਸਮਝਦਾ ਹੈਗਾ ਕਿ ਆਪਾਂ ਨਾ ਕੁਝ ਅਨਯੂਜੂਅਲ ਜਿਹੜਾ ਹੋ ਰਿਹਾ ਹੈਗਾ ਉਹਨੂੰ ਆਪਾਂ ਵੈਲਕਮ ਨਹੀਂ ਕਰਦੇ ਹੈਗੇ ਜਲਦੀ, ਠੀਕ ਹੈ। ਆਪਾਂ ਜੇ ਕੋਈ ਪੇਂਟਰ ਹੈਗਾ, ਸਕਲਪਟਰ ਹੈਗਾ, ਉਹ ਸਮਝ ਲੱਗਦੀਆਂ ਚੀਜ਼ਾਂ, ਠੀਕ ਹੈ। ਉਹ ਟ੍ਰੈਡੀਸ਼ਨਲ ਆ, ਉਹ ਸਿਲੇਬਸ ਹੈਗਾ, ਉਹ ਸਿਲੇਬਸ ਹੈ। ਪਰ ਹੁਣ ਜਿਹੜਾ ਵਰੁਣ ਟੰਡਨ ਜੀ ਕਰ ਰਹੇ ਆ, ਇਹਨੇ ਵੀ ਤਾਂ ਕੱਲ ਨੂੰ ਟ੍ਰੈਡੀਸ਼ਨ ਬਣਨਾ ਹੈ, ਠੀਕ ਹੈ ਨਾ। ਤੁਸੀਂ ਵੀ ਤਾਂ ਬੂਟੇ ਲਾ ਰਹੇ ਹੋ, ਤੁਸੀਂ ਤਾਂ ਉਹਨਾਂ ਬੱਚਿਆਂ ਦੇ ਹੱਥ ਦੇ ਵਿੱਚ ਉਹ ਚੀਜ਼ਾਂ ਫੜਾ ਦਿੱਤੀਆਂ ਜਿਹੜੇ ਬੱਚੇ ਦੁਨੀਆ ਤੋਂ ਅਨੋਖੇ ਬੱਚੇ ਨੇ, ਜਿਹੜੇ ਬੱਚਿਆਂ ਨੂੰ ਪ੍ਰਮਾਤਮਾ ਨੇ ਅੱਖਾਂ ਦੀ ਲੋਅ ਨਹੀਂ ਦਿੱਤੀ, ਤੁਸੀਂ ਉਹਨਾਂ ਦੇ ਕੋਲੋਂ ਤਸਵੀਰਾਂ ਬਣਾ ਦਿੱਤੀਆਂ। ਇਹ ਕੋਈ ਘੱਟ ਗੱਲ ਹੈ ਹਨਾ? ਇਹ ਜਿਹੜੇ ਬੂਟੇ ਲਾ ਰਹੇ ਹੋ, ਤੁਹਾਨੂੰ ਲੱਗਦਾ ਕਿ ਕੱਲ ਨੂੰ ਇਹ ਟ੍ਰੈਡੀਸ਼ਨ ਬਣ ਸਕਦਾ ਹੈ? ਹਾਂ ਦੇਖੋ ਇਹਦੇ ਵਿੱਚ ਉਹੀ ਗੱਲ ਆ ਜਾਂਦੀ ਹੈਗੀ। ਹਾਂ, ਜੇ ਗਵਰਨਮੈਂਟ ਨੂੰ ਇਦਾਂ ਦਾ ਲੱਗਦਾ ਹੈਗਾ ਕਿ ਵਾਕਈ ਜਿਹੜੀ ਚੀਜ਼ ਹੈਗੀ ਹੈ, ਜਿੱਦਾਂ ਤੁਸੀਂ ਕਿਹਾ ਵਿਜ਼ੂਅਲੀ ਇੰਪੇਅਰਡ, ਹਾਂ ਮੈਂ ਇਦਾਂ ਦਾ ਕੰਮ ਕੀਤਾ ਹੈਗਾ, ਮੈਂ ਉਹਨਾਂ ਵਾਸਤੇ ਵੀ ਐਗਜ਼ੀਬਿਸ਼ਨ ਲਗਾਉਂਦਾ ਹੈਗਾ, ਮੈਂ ਉਹਨਾਂ ਲਈ ਵੀ ਪੋਰਟਰੇਟ ਸ਼ੋਕੇਸ ਕਰਦਾ ਹੈਗਾ ਜਿਹੜੇ ਦੇਖ ਨਹੀਂ ਸਕਦੇ, ਠੀਕ ਹੈ। ਹੁਣ ਬੰਦਾ ਸੋਚਦਾ ਹੈਗਾ ਕਿ ਯਾਰ ਜਿਹੜਾ ਦੇਖ ਨਹੀਂ ਸਕਦਾ ਉਹਦੇ ਵਾਸਤੇ ਕਿਹੜੀ ਫੋਟੋ ਬਣਾਤੀ, ਮੈਂ ਪੋਰਟਰੇਟ ਹੀ ਇਦਾਂ ਡਿਜ਼ਾਈਨ ਕਰਦਾ ਹੈਗਾ ਜਿਹਨੂੰ ਹੱਥ ਲਗਾ ਕੇ ਉਹ ਸਮਝ ਪਾਉਂਦੇ ਹੈਗੇ ਕਿ ਪੋਰਟਰੇਟ ਵਿੱਚ ਕੌਣ ਹੈਗਾ, ਠੀਕ ਹੈ। ਹਾਂ, ਮੈਂ ਇਦਾਂ ਦਾ ਵੀ ਕੰਮ ਕੀਤਾ ਹੈਗਾ ਕਿ ਜਿਹਦੇ ਵਿੱਚ ਵਿਜ਼ੂਅਲੀ ਇੰਪੇਅਰਡ ਜਿਹੜੇ ਹੈਗੇ ਆ, ਜਿਹੜੇ ਦੇਖ ਨਹੀਂ ਸਕਦੇ, ਉਹਨਾਂ ਨੇ ਵੀ ਪੇਂਟਿੰਗ ਕਰਨ ਦਾ ਐਕਸਪੀਰੀਅੰਸ ਕੀਤਾ ਹੋਇਆ, ਠੀਕ ਹੈ। ਹੁਣ ਜੇ ਬੜਾ ਅਟਪਟਾ ਇਹ ਲੱਗਦਾ ਹੈਗਾ ਕਿ ਹਾਂ ਯਾਰ ਜਿਹੜਾ ਦੇਖ ਨਹੀਂ ਸਕਦਾ ਉਹ ਕਿੱਦਾਂ ਪੇਂਟਿੰਗ ਕਰ ਦਊਗਾ, ਠੀਕ। ਮੇਰਾ ਮੰਨਣਾ ਹੈਗਾ ਕਿ ਜ਼ਿੰਦਗੀ ਵਿੱਚ ਕੁਝ ਵੀ ਹੁੰਦਾ ਹੈਗਾ ਨਾ, ਉਹ ਹਮੇਸ਼ਾ ਇੱਕ ਟੀਮ ਵਰਕ ਨਾਲ ਹੁੰਦਾ ਹੈਗਾ, ਠੀਕ ਹੈ। ਟੀਮ ਵਰਕ ਤੋਂ ਬਗੈਰ ਬਹੁਤ ਇਦਾਂ ਦੇ ਘੱਟ ਕੰਮ ਹੈਗੇ ਜਿਹੜੇ ਹੁੰਦੇ ਹੈਗੇ। ਮੈਂ ਉਹ ਜਿਹੜੀ ਪੇਂਟਿੰਗ ਸੀਗੀ ਉਹਦੇ ਵਿੱਚ ਟੀਮ ਵਰਕ ਕੀਤਾ, ਠੀਕ ਹੈ। ਮੈਂ ਉਹਦੀ ਆਊਟਲਾਈਨ ਹੀ ਇਦਾਂ ਡਿਜ਼ਾਈਨ ਕੀਤੀ ਹੈਗੀ ਹੈ ਕਿ ਉਹਦੇ ਵਿੱਚ ਕਲਰ ਉਹ ਫਿਲ ਕਰਨ, ਉਹ ਪਰਟੀਕੂਲਰ ਪੋਰਟਰੇਟ ਆ ਜਾਊਗੀ। ਬਟ ਹਾਂ, ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਮੈਂ ਉਹਨਾਂ ਨੂੰ ਇੱਕ ਦਿਨ ਦਾ ਇਦਾਂ ਦਾ ਐਕਸਪੀਰੀਅੰਸ ਦਿੱਤਾ ਕਿ ਹਾਂ ਜਿਸ 'ਚ ਉਹਨਾਂ ਨੂੰ ਲੱਗਾ ਕਿ ਉਹਨਾਂ ਨੇ ਵੀ ਪੇਂਟਿੰਗ ਕੀਤੀ ਹੈਗੀ, ਉਹਨਾਂ ਨੇ ਵਿੱਚ ਕਲਰ ਫਿਲ ਕਰਤੇ ਤੇ ਉਹ ਜਿਹੜੀ ਮੈਂ ਪੋਰਟਰੇਟ ਬਣਾਉਣਾ ਚਾਹੁੰਦਾ ਸੀਗਾ ਉਹ ਬਣ ਕੇ ਸਾਹਮਣੇ ਆ ਗਈ। ਕੀ ਬਾਤ ਹੈ। ਔਰ ਇਹ ਬੂਟੇ ਲਾਉਣ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਹੇਠਾਂ ਇੱਕ ਬੂਟੇ ਲਾ ਰਹੇ ਹੋ, ਉਹਨਾਂ ਨੇ ਕੱਲ ਨੂੰ ਇੱਕ ਵੱਡੇ ਰੁੱਖ ਬਣਨਾ ਹੈ। ਔਰ ਉਹਨਾਂ ਬੱਚਿਆਂ ਦੇ ਲਈ ਕਿ ਜਿਨ੍ਹਾਂ ਬੱਚਿਆਂ ਨੂੰ ਪ੍ਰਮਾਤਮਾ ਨੇ ਅੱਖਾਂ ਤਾਂ ਨਹੀਂ ਦਿੱਤੀਆਂ ਪਰ ਅੰਦਰ ਰੌਸ਼ਨੀ ਬਹੁਤ ਆ, ਔਰ ਉਹਨਾਂ ਦੇ ਲਈ ਤੁਸੀਂ ਇੱਕ ਚਾਨਣ ਮਨਾਰਾ ਬਣੇ ਆ। ਚੰਗੀਆਂ ਗੱਲਾਂ, ਪਰ ਕੀ ਜਿਹੜੇ ਆਪਾਂ ਪ੍ਰਦਰਸ਼ਨੀਆਂ ਲਾਉਂਦੇ ਆ, ਜੀ ਹਾਂ, ਐਗਜ਼ੀਬਿਸ਼ਨ ਤੁਹਾਡੀਆਂ ਹੁੰਦੀਆਂ, ਤੁਸੀਂ ਚੰਡੀਗੜ੍ਹ ਦੇ ਵਿੱਚ ਵੀ ਲਗਾਈਆਂ, ਤੁਸੀਂ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਲਗਾਈਆਂ, ਹੈ ਫਾਇਦਾ ਕੋਈ ਇਹਨਾਂ ਦਾ? ਇਹਦਾ ਜੇ ਆਪਾਂ ਕਹੀਏ ਕਿ ਆਰਟ ਦਾ ਕਲਚਰ ਸ਼ੁਰੂ ਤੋਂ ਹੀ ਆਪਣੇ ਇੱਧਰ ਘਟ ਰਿਹਾ ਹੈਗਾ, ਉਹਦੇ ਪਿੱਛੇ ਇੱਕ ਸੋਲਿਡ ਰੀਜ਼ਨ ਆ ਸੀਗਾ ਕਿ ਜਦ ਇਨਵੇਡਰਸ ਆਉਂਦੇ ਸੀਗੇ ਪੰਜਾਬ ਵੱਲੇ ਰਸਤੇ ਤੋਂ ਆਉਂਦੇ ਸੀਗੇ, ਰਸਤੇ ਦੇ ਵਿੱਚ ਜੋ ਵੀ ਆਉਂਦਾ ਸੀਗਾ, ਸਾਡੇ ਇਤਿਹਾਸਿਕ ਕਿਲੇ ਹੁੰਦੇ ਸੀਗੇ, ਉਹਨਾਂ ਨੂੰ ਤਹਿਸ ਨਹਿਸ ਕਰ ਜਾਂਦੇ ਸੀਗੇ। ਔਰ ਜਿਹੜੇ ਪੰਜਾਬ ਦੇ ਸੀਗੇ ਉਹ ਹਮੇਸ਼ਾ ਲੜਦੇ ਰਹਿੰਦੇ ਸੀਗੇ, ਠੀਕ ਹੈ। ਵੀ ਆਰ ਫਾਈਟਰਸ, ਵੀ ਆਰ ਨੋਟ ਆਰਟਿਸਟ, ਠੀਕ ਹੈ। ਆਰਟਿਸਟ ਮੈਕਸਿਮਮ ਤੁਹਾਨੂੰ ਮਿਲੂਗੇ ਸਾਊਥ ਵੱਲ, ਠੀਕ ਹੈ। ਤੇ ਆਪਣੇ ਇੱਥੇ ਆ ਚੀਜ਼ ਰਹੀ ਹੈਗੀ ਹੈ, ਇਸ ਕਰਕੇ ਜੂਝਣ ਵਾਲੇ ਹਾਂ ਆਰਟ ਦਾ ਇੱਥੇ ਇੰਨਾ ਜ਼ਿਆਦਾ ਕਲਚਰ ਨਹੀਂ ਹੈਗਾ, ਠੀਕ ਹੈ। ਜੇ ਐਗਜ਼ੀਬਿਸ਼ਨਸ ਹੁੰਦੀਆਂ ਹੈਗੀਆਂ,
ਹਾਂ ਉੱਥੇ ਜਿਹੜਾ ਹੈਗਾ ਫੁੱਟਫਾਲ ਜਿਹੜਾ ਹੁੰਦਾ ਹੈ, ਮਤਲਬ ਜੇ ਆਪਾਂ ਕਹੀਏ ਬਹੁਤ ਜ਼ਿਆਦਾ ਬੂਮ ਹੈਗਾ, ਠੀਕ ਹੈ, ਐਦਾਂ ਕੁਝ ਨਹੀਂ ਹੈਗਾ, ਠੀਕ। ਅੱਜ ਵੀ ਐਦਾਂ ਲੱਗਦਾ ਹੈਗਾ ਕਿ ਜਿਹੜੇ ਐਗਜ਼ੀਬਿਸ਼ਨ ਹਾਲਸ ਹੈਗੇ ਆ ਉਹ ਇੱਕ ਆਮ ਬੰਦੇ ਦੇ ਅਪਰੋਚ ਤੋਂ ਬਾਅਦ ਹੈਗੇ ਆ, ਠੀਕ ਹੈ। ਆਮ ਬੰਦਾ ਮਤਲਬ ਜੇ ਮੈਂ ਕਹਾਂ ਨਾ ਅਪਰੋਚ ਤੋਂ ਬਾਅਦ ਹੈਗੇ, ਉਹ ਸੱਚੀ ਹੈਗੇ। ਮੈਂ ਇੱਕ ਵਾਰ ਮੈਂ ਐਕਸਪੀਰੀਅੰਸ ਕੀਤਾ ਹੋਇਆ, ਇੱਕ ਮੈਂ ਤੁਹਾਨੂੰ ਕਿੱਸਾ ਸੁਣਾਉਂਗਾ। ਮੈਂ ਪੰਜਾਬ ਕਲਾ ਭਵਨ ਦੇ ਵਿੱਚ ਇੱਕ ਐਗਜ਼ੀਬਿਸ਼ਨ ਸੀਗੀ, ਮੈਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ। ਤੇ ਮੈਂ ਬਾਹਰ ਗਿਆ, ਉੱਥੇ ਬਾਹਰ ਗੰਨੇ ਦਾ ਰਸ ਵੇਚਣ ਵਾਲਾ ਬੰਦਾ ਸੀਗਾ, ਠੀਕ ਹੈ। ਉਹਨੇ ਮੈਨੂੰ ਪੁੱਛਿਆ, ਕਹਿੰਦਾ ਅੰਦਰ ਕਿਆ ਹੋ रहा है? मैं कहा अंदर ना एग्जीबिशन लगी हुई है और वहाँ पे पेंटिंग लगी हुई है। मैं क्या आप भी जाके देखो? कहता नहीं मेरे को नहीं जाने देंगे। मैं उन्होंने स्पैशली किया कि तू जाके आ, जे कोई कुछ कहता ना फिर मैनू आ गल करी, ठीक है। ਤੁਸੀਂ ਆ ਦੇਖੋ, ਮੈਂ ਜੋ ਕਹਿਣਾ ਚਾਹੁੰਦਾ ਹੈਗਾ ਕਿ ਕਲਾ ਜਿਹੜੀ ਹੈਗੀ ਨਾ ਹਰ ਬੰਦੇ ਦੇ ਉਹਦੇ ਵਿੱਚ ਨਹੀਂ ਹੈਗੀ, ਬਸ ਵਿੱਚ ਇੱਥੇ ਨਹੀਂ ਹੈਗੀ, ਇੱਥੇ ਨਹੀਂ ਹੈਗੀ। ਔਰ ਬੰਦਾ ਨਾ ਇੱਕ ਆਮ ਬੰਦਾ ਹਿਚਕਿਚਾਉਂਦਾ ਹੈਗਾ ਐਗਜ਼ੀਬਿਸ਼ਨ ਗੈਲਰੀਜ਼ 'ਚ ਜਾਣ 'ਚ, ਠੀਕ ਹੈ। ਔਰ ਮੇਰੀ ਇੱਕ ਆ ਵੀ ਰਹੀ ਹੈਗੀ ਹੈ ਕਿ ਜਿਹੜੀ ਆਰਟ ਹੈਗੀ ਨਾ ਉਹ ਹਰ ਇੱਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈਗੀ ਹੈ। ਉਹ ਚਾਹੇ ਸਲਮ ਦੇ ਵਿੱਚ ਹੋਵੇ, ਸਲਮ ਦੇ ਬੱਚਿਆਂ ਨਾਲ ਹੋਵੇ, ਠੀਕ ਹੈ, ਅੰਡਰ ਪ੍ਰਿਵਿਲੇਜ ਬੱਚੇ, ਸੌਰੀ, ਚਾਹੇ ਉਹ ਵਿਜ਼ੂਅਲੀ ਇੰਪੇਅਰਡ ਹੋਣ, ਚਾਹੇ 올ਡ ਏਜ ਹੋਮ ਹੋਣ, ਠੀਕ ਹੈ, ਔਰਫਨੇਜ ਹੋਵੇ, ਠੀਕ ਹੈ, ਚਾਹੇ ਸੜਕ ਤੇ ਹੀ ਸ਼ੋਕੇਸ ਕਰਨਾ ਹੋਵੇ, ਮੈਂ ਕੀਤਾ ਹੋਇਆ ਸਭ। ਦੇਖੋ ਹੁਣ ਇੱਥੇ ਗੱਲ ਬੜੀ ਮਜ਼ੇਦਾਰ ਮੇਰੇ ਦਿਮਾਗ 'ਚ ਆ ਰਹੀ ਹੈ। ਇੱਕ ਗੰਨੇ ਦੀ ਰੇਹੜੀ ਲਗਾਉਣ ਵਾਲਾ, ਜੂਸ ਪਿਲਾਉਣ ਵਾਲਾ, ਰਸ ਪਿਲਾਉਣ ਵਾਲਾ ਜੀ, ਉਹ ਐਗਜ਼ੀਬਿਸ਼ਨ ਦੇ ਵਿੱਚ ਜਾ ਨਹੀਂ ਰਿਹਾ। ਜਿਹੜੇ ਜਾ ਰਹੇ ਆ ਉਹਨਾਂ ਦੇ ਵਿੱਚ ਹੋ ਸਕਦਾ ਵੱਡੇ ਵੱਡੇ ਆਫੀਸਰ ਵੀ ਹੋਣ ਜੀ, IPS ਹੋਣ, IAS ਹੋਣ, ਪ੍ਰਸ਼ਾਸਨਿਕ ਅਧਿਕਾਰੀ ਹੋਣ ਜੀ। ਹਾਂ, ਉਹਨਾਂ ਦਾ ਦਿਮਾਗ ਫਾਈਲਾਂ ਨੇ ਨੱਪਿਆ ਹੋਇਆ ਆ। ਇੱਕ ਬੰਦਾ ਜਿਹੜਾ ਉਹ ਰੇਹੜੀ ਲਗਾ ਰਿਹਾ, ਹੁਣ ਇੱਥੇ ਕਲਾ ਜਦ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਯਾਰ ਸਲਮ ਏਰੀਆ ਦੇ ਵਿੱਚ ਵੀ ਜਾਣੀ ਚਾਹੀਦੀ ਹੈ। ਹਾਂ, ਸਲਮ ਏਰੀਆ ਦੇ ਵਿੱਚ ਜਾਓ ਕਿੱਥੇ ਜਦ ਇਹ ਕਲਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਵੱਡੇ ਵੱਡੇ ਹਾਲਸ ਦੇ ਅੰਦਰ, ਵੱਡੀਆਂ ਵੱਡੀਆਂ ਪ੍ਰਦਰਸ਼ਨੀਆਂ ਦੇ ਵਿੱਚ ਫਸ ਕੇ ਰਹਿ ਜੂ। ਤੇ ਮੇਰੇ ਵਰਗਾ ਜਿਹੜਾ ਪਿੰਡਾਂ ਦੇ ਵਿੱਚ ਵਸਦਾ, ਜਿਹਨੇ ਸਵੇਰੇ ਮੁਰਗੇ ਦੀ ਮਾਂਗ ਦੇ ਨਾਲ ਉੱਠਣਾ ਹੈ ਤੇ ਸ਼ਾਮ ਨੂੰ ਘੁਸਮੁਸੇ ਜਿਹਨੂੰ ਰੋਟੀ ਖਾ ਕੇ ਸੌ ਜਾਣਾ ਹੈ, ਉਹਦੇ ਅੰਦਰ ਕਿੱਥੋਂ ਪੈ ਜੂ ਕਿ ਯਾਰ ਭਗਤ ਸਿੰਘ ਦੇ ਪਿੰਡੋਂ ਮਿੱਟੀ ਚੱਕ ਕੇ ਵੀ ਇਹ ਤਸਵੀਰ ਬਣਾਈ ਜਾ ਸਕਦੀ ਹੈ। ਸਰ ਦੇਖੋ, ਮੈਂ ਆ ਮੰਨਦਾ ਹੈਗਾ ਇੱਕ ਆਰਟਿਸਟ ਦੀ ਮੋਰਲ ਰਿਸਪੌਂਸਿਬਿਲਿਟੀ ਹੈਗੀ ਆ ਕਿ ਇਹ ਵਾਲੇ ਮਿੱਥ ਤੋੜਨੇ, ਠੀਕ ਹੈ। ਕਿ ਆਰਟਿਸਟ ਤਾਂ ਉਹਨੂੰ ਹੀ ਕਹਿ ਸਕਦੇ ਜੋ ਹੋ ਰਿਹਾ ਹੈਗਾ ਉਹਨੇ ਕੁਛ ਹਟ ਕੇ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ, ਚਾਹੇ ਉਹ ਆਪਣੀ ਫੀਲਡ ਵਿੱਚ ਹੈ, ਚਾਹੇ ਉਹਨੇ ਮਿੱਥ ਤੋੜਨੇ ਹੈਗੇ। ਅੱਜ ਦੀ ਡੇਟ 'ਚ ਜੇ ਮੈਂ ਕੁਛ ਆ ਕਰਦਾ ਪਿਆ ਹੈਗਾ, ਮੈਂ ਮਿੱਟੀ ਦੇ ਨਾਲ ਬਣਾਈ ਆ ਭਗਤ ਸਿੰਘ ਦੇ ਪਿੰਡ ਦੀ, ਠੀਕ ਹੈ। ਹੁਣ ਜੇ ਮੈਂ ਕੋਈ ਅੰਡਰ ਪ੍ਰਿਵਿਲੇਜ ਬੱਚਿਆਂ ਨਾਲ ਕੰਮ ਕਰਦਾ ਹੈਗਾ, ਠੀਕ ਹੈ, ਮੈਂ ਕਾਫੀ ਵਾਰ ਚੰਡੀਗੜ੍ਹ ਦੇ ਵਿੱਚ ਜਦ ਜਾਂਦਾ ਹੈਗਾ, ਉੱਥੇ ਈਕੋ ਸਿਟੀ ਹੈਗੀ ਹੈ ਨਿਊ ਚੰਡੀਗੜ੍ਹ ਦੇ ਵਿੱਚ, ਠੀਕ ਹੈ। ਉਹ ਕੰਸਟਰਕਸ਼ਨ ਸਾਈਟ ਤੇ ਜਿਹੜੇ ਮਜ਼ਦੂਰ ਹੁੰਦੇ ਉਹਨਾਂ ਦੇ ਬੱਚਿਆਂ ਨਾਲ ਆਪਾਂ ਕੰਮ ਕਰਦੇ ਹੈਗੇ, ਵਰਕਸ਼ਾਪ ਕੀਤੀ, ਠੀਕ। ਹੁਣ ਉਹਨਾਂ ਕੋਲ ਕਲਰ ਨਹੀਂ ਹੈਗੇ, ਠੀਕ ਹੈ। ਔਰ ਜੇ ਕਲਰ ਨਹੀਂ ਹੈਗੇ ਤੇ ਮੈਂ ਆਪਣੇ ਵੱਲੋਂ ਆ ਕੋਸ਼ਿਸ਼ ਕਰਦਾ ਹੈਗਾ ਕਿ ਉਹਨਾਂ ਨੇ ਹਰ ਬੰਦਾ ਕੁਛ ਨਾ ਕੁਛ ਕਰਨਾ ਚਾਹੁੰਦਾ ਹੈਗਾ ਪੇਂਟ, ਠੀਕ। ਤੇ ਉਹਨਾਂ ਨੂੰ ਮੈਂ ਦੱਸਦਾ ਹੈਗਾ ਕਿ ਤੁਹਾਡੇ ਜੋ ਸਰਾਊਂਡਿੰਗ ਦੇ ਵਿੱਚ ਹੈਗਾ ਨਾ ਸਮਾਨ ਪਿਆ, ਤੁਸੀਂ ਉਹਨੂੰ ਯੂਜ਼ ਕਰੋ, ਠੀਕ ਹੈ। ਆਹ ਵਾਲੀ ਜਿਹੜੀ ਫੋਟੋ ਹੈਗੀ ਹੈ ਤੁਸੀਂ ਦੇਖਦੇ ਪਏ ਭਗਤ ਸਿੰਘ ਜੀ ਦੀ, ਮੈਂ ਖਟਕੜ ਕਲਾਂ ਦੀ ਮਿੱਟੀ ਨਾਲ ਬਣਾਈ ਹੈਗੀ ਹੈ, ਠੀਕ ਹੈ। ਉਹਨਾਂ ਨੂੰ ਮੈਂ ਦੱਸਦਾ ਤੁਸੀਂ ਪਾਰਕ ਦੇ ਵਿੱਚ ਬੈਠੇ ਹੈਗੇ ਹੋ, ਠੀਕ ਹੈ, ਤੁਸੀਂ ਇੱਥੋਂ ਮਿੱਟੀ ਇਕੱਠੀ ਕਰੋ, ਠੀਕ, ਤੇ ਉਹਨੂੰ ਆਪਾਂ ਪਾਣੀ ਦੇ ਨਾਲ ਗਿੱਲਾ ਕੀਤਾ ਜਾਂ ਹਲਕੀ ਗਲੂ ਲਗਾ ਕੇ ਉਹ ਜਿਹੜੀ ਹੈਗੀ ਮਿੱਟੀ ਪਾਤੀ, ਤੇ ਉਹਨਾਂ ਨੇ ਵੀ ਕੀਤੀ ਹੈਗੀ ਹੈ, ਠੀਕ। ਇਹ ਤਾਂ ਆਰਟਿਸਟ ਕੀ ਸੋਚਦਾ ਹੈਗਾ ਕਿ ਉਹਨੇ ਐਗਜ਼ੀਬਿਸ਼ਨ ਹਾਲ ਤੱਕ ਹੀ ਸੀਮਿਤ ਰਹਿਣਾ ਜਾਂ ਦੁਨੀਆ 'ਚ ਜਾਣਾ ਹੈਗਾ, ਠੀਕ ਹੈ। ਕਿਸੇ ਹਰ ਇੱਕ ਤੱਕ ਪਹੁੰਚਣਾ ਹੈਗਾ ਜਾਂ ਕਿਸੇ ਖਾਸ ਤੱਕ ਪਹੁੰਚਣਾ ਹੈਗਾ, ਠੀਕ ਹੈ। ਇਹ ਤਾਂ ਉਹਦੇ ਤੇ ਡਿਪੈਂਡ ਕਰਦਾ ਹੈ। ਬਿਲਕੁਲ ਜੀ, ਹਰ ਇੱਕ ਤੱਕ ਪਹੁੰਚਣ ਵਾਲਾ ਜਿਹੜਾ ਕਲਾਕਾਰ ਹੈ ਉਹ ਫਿਰ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ। ਜੇਕਰ ਖਾਸ ਲੋਕਾਂ ਦੇ ਲਈ ਕੰਮ ਕਰਦੇ ਰਵਾਂਗੇ ਤਾਂ ਫਿਰ ਕੁਝ ਕੀ ਕਹਿੰਦੇ ਆ, ਖਾਸ ਲੋਕਾਂ ਦੇ ਬਣ ਕੇ ਰਹਿ ਜਾਵਾਂਗੇ। ਆਮ ਲੋਕਾਂ ਦੇ ਬਣਨ ਦੇ ਲਈ ਬਹੁਤ ਘਾਲਣੀ ਪੈਂਦੀ ਹੈ। ਵਰੁਣ ਜੀ, ਤੁਸੀਂ ਘਾਲ ਰਹੇ ਹੋ, ਤੁਹਾਡਾ ਕੰਮ ਜਿਹੜਾ ਮੂੰਹੋਂ ਬੋਲਦਾ ਹੈ, ਔਰ ਤਸਵੀਰਾਂ ਲੋਕ ਐਵੇਂ ਕਹਿੰਦੇ ਰਹੇ ਕਿ ਬੋਲਦੀਆਂ ਨਹੀਂ, ਪਰ ਤੁਹਾਡੀਆਂ ਤਸਵੀਰਾਂ ਬੋਲਦੀਆਂ ਵੀ ਹੈ। ਉਹਨਾਂ ਦੇ ਵਿੱਚ ਭਾਵਨਾਵਾਂ ਵੀ ਹੈਗੀ ਆ, ਜਜ਼ਬਾਤ ਬਹੁਤ ਕੁਝ ਹੈ। ਔਰ ਤੁਸੀਂ ਸਾਡੇ ਨਾਲ ਅਜੇ ਇੰਨਾ ਬੇਸ਼ਕੀਮਤੀ ਸਮਾਂ ਬਿਤਾਇਆ, ਸਾਨੂੰ ਬੜਾ ਚੰਗਾ ਲੱਗਿਆ ਤੁਹਾਡੀ ਜ਼ਿੰਦਗੀ ਬਾਰੇ ਜਾਣ ਕੇ, ਤੁਹਾਡੀ ਇਸ ਕਲਾ ਦੇ ਬਾਰੇ ਜਾਣ ਕੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸਰ।
ਔਰ ਇਸੇ ਤਰ੍ਹਾਂ ਹੀ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਉਹ ਸਾਡੇ ਨਾਲ ਇਸ ਖੂਬਸੂਰਤ ਗੱਲਬਾਤ ਵਿੱਚ ਜੁੜੇ ਰਹੇ ਔਰ ਕਿਉਂਕਿ ਇਹ ਜ਼ਿੰਦਗੀ ਇਸੇ ਤਰ੍ਹਾਂ ਦੀ ਇੱਕ ਖੂਬਸੂਰਤ ਤਸਵੀਰ ਹੈ ਕਿ ਜਿਸ ਤਸਵੀਰ ਦੇ ਵਿੱਚ ਹਮੇਸ਼ਾ ਮੁਸਕਰਾਉਂਦੇ ਹੋਏ ਚਿਹਰੇ ਹੀ ਚੰਗੇ ਲੱਗਦੇ ਨੇ